ਸਤਿਨਾਮ ਵਾਹਿਗੁਰੂ ਜੀਓ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਪਾਲਿਆ, ਲੈ ਧੂਰ ਮੁਖ ਲਾਵਾਂ। ਗੁਰ ਸਿੱਖਾਂ ਕੀ ਕਾਲ ਥਾਹੀਂ ਪਹੀ, ਕਾਲ ਥਾਹੀਂ ਪਈ। ਗੁਰ ਸਿੱਖਾਂ ਕੀ ਕਾਲ ਥਾਹੀਂ ਪਈ, ਜਿਨ ਹਰਿ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰਿ ਪੂਜ ਕਰਾਵਾ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਬੜੇ ਪਿਆਰ ਅਦਬ ਸਤਿਕਾਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਰਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਕਿਰਪਾ ਨਾਲ ਆਪਾਂ ਇੱਕ ਦੀਵਾਨ ਅੰਦਰ ਪਹਿਲਾਂ ਵਿਚਾਰ ਕੀਤੀ ਹੈ। ਅੱਜ ਦੂਸਰੀ ਦਿਨ ਉਹ ਵਿਚਾਰ ਦੀ ਲੜੀ ਨੂੰ ਅੱਗੇ ਤੋਰ ਰਹੇ ਹਾਂ। ਵਿਚਾਰਾਂ ਦੀ ਲੜੀ ਚੱਲ ਰਹੀ ਹੈ। ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ 1918 ਤੋਂ ਲੈ ਕੇ 2 ਜਨਵਰੀ 1982 ਤੱਕ ਦਾ, ਜਿਨ੍ਹਾਂ ਦਾ ਇਸ 5 ਭੂਤਕ ਸਰੀਰ ਦਾ ਸਮਾਂ ਹੈ, ਜੋ ਕੁਝ ਸਤਿਗੁਰੂ ਜੀ ਨੇ ਆਪਣੀ ਮਿਹਰ ਕਰਕੇ ਉਸ ਪਵਿੱਤਰ ਆਤਮਾ ਮਹਾਨ ਪੁਰਖਾਂ ਪਾਸੋਂ ਕਾਰਜ ਕਰਵਾਏ, ਜਗਤ ਦਾ ਭਲਾ ਕੀਤਾ, ਅਨੇਕਾਂ ਰੂਹਾਂ ਨੂੰ ਸਤਿਗੁਰੂ ਦੇ ਘਰ ਨਾਲ ਜੋੜਿਆ, ਅਨੇਕਾਂ ਰੂਹਾਂ ਦੇ ਰੋਗ ਕੱਟੇ ਗਏ, ਅਨੇਕਾਂ ਰੂਹਾਂ ਦੀਆਂ ਮਨ ਮੰਗੀਆਂ ਮੁਰਾਦਾਂ ਪੂਰੀਆਂ ਹੋਈਆਂ। ਆਪਾਂ ਉਹਨਾਂ ਦੇ ਦਰਸ਼ਨ ਦੀਦਾਰੇ ਕਰਦੇ ਆ ਰਹੇ ਸਾਂ। ਉਹਨਾਂ ਦੇ ਮਹਾਨ ਜੀਵਨ ਵਿੱਚੋਂ ਕੁਝ ਕੁ ਬਚਨ ਆਪ ਜੀ ਨਾਲ ਸਾਂਝੇ ਕੀਤੇ। ਇਹ ਬਚਨ ਉਹ ਹਨ, ਗੁਰੂ ਕੇ ਪਿਆਰਿਓ, 2 ਹਨ। ਇੱਕ ਤਾਂ ਬਰਿਆਰਾਂ ਵਾਲੇ ਸਤਿਪੁਰਖਾਂ ਨਾਲ ਜੁੜੀ ਹੋਈ ਸੰਗਤ, ਉਹਨਾਂ ਨਾਲ ਪਿਆਰ ਹੋਣ ਕਾਰਨ ਉਹਨਾਂ ਦੇ ਅਨੇਕਾਂ ਸਤਸੰਗੀ ਵੀਰ ਭੈਣ ਭਰਾ ਮਿਲਦੇ ਰਹਿੰਦੇ। ਉਹਨਾਂ ਦੀ ਜ਼ੁਬਾਨੀ ਉਹਨਾਂ ਦੀ ਮਹਿਮਾ ਸੁਣਨ ਨੂੰ ਮਿਲੀ, ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਅਤੇ ਕਰਾਂਗੇ। ਦੂਸਰਾ ਵੱਡਾ ਪਰਉਪਕਾਰ, ਜਿਵੇਂ ਆਪਾਂ ਪਹਿਲੇ ਦੀਵਾਨ ਵਿੱਚ ਗੱਲ ਕੀਤੀ ਸੀ, ਉਹ 3 ਰੂਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਮਿਹਰ ਕਰਕੇ ਆਪ ਉਹਨਾਂ ਦੇ ਕੋਲੋਂ ਇਹ ਸੇਵਾ ਲਈ। ਸਰਦਾਰ ਜੋਗਿੰਦਰ ਸਿੰਘ ਜੀ ਚੋਪੜਾ, ਜਥੇਦਾਰ ਗੁਰਨਾਮ ਸਿੰਘ ਜੀ ਮਡਿਆਲੇ ਤੋਂ, ਤੇ ਤੀਸਰੇ ਬੀਬੀ ਗੁਰਬਖਸ਼ ਕੌਰ ਜੀ, ਤਿੰਨਾਂ ਨੇ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਇੱਕ ਕਿਤਾਬ ਲਿਖੀ ਹੈ, ਵਿਰਲੇ ਕੇ। ਤਾਂ ਉਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਜ਼ੁਬਾਨੀ ਆਪਾਂ ਇੱਕ ਦੂਸਰੇ ਤੋਂ ਸੁਣਦੇ ਹਾਂ, ਵਿਚਾਰਦੇ ਸੀ, ਉਹਨਾਂ ਨੇ ਕਿਤਾਬ ਦੀ ਸ਼ਕਲ ਦਿੱਤੀ ਹੈ। ਕਮਾਲ ਦੀ ਖੇਡ ਇਹ ਵੀ ਹੈ ਵੀ ਇਹਨਾਂ ਤਿੰਨਾਂ ਦੇ ਜੀਵਨ ਵਿੱਚ ਸਤਿਗੁਰੂ ਜੀ ਦੀ ਕਿਰਪਾ ਨਾਲ
ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਹੀ ਬਦਲੇ ਹਨ। ਸਭ ਤੋਂ ਪਹਿਲਾਂ ਜਥੇਦਾਰ ਗੁਰਨਾਮ ਸਿੰਘ ਜੀ, ਜਿਨ੍ਹਾਂ ਦੇ ਪਿਤਾ ਸਰਦਾਰ ਦਲੀਪ ਸਿੰਘ ਜੀ ਬਹੁਤ ਸਤਿਗੁਰੂ ਦੇ ਘਰ ਨਾਲ ਜੁੜੇ ਹੋਏ ਸਨ। ਬਿਨਾਂ ਨਾਗਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਉਹ ਪਾਠ ਕਰਿਆ ਕਰਦੇ। ਮਹਾਰਾਜ ਜੀ ਦੀ ਬੇਅੰਤ ਕਿਰਪਾ ਸੀ। ਬਰਿਆਰਾਂ ਵਾਲੇ ਮਹਾਂਪੁਰਖਾਂ ਨਾਲ ਪਿਆਰ, ਉਹਨਾਂ ਦੀ ਬਦੌਲਤ ਹੀ ਅੱਗੋਂ ਉਹਨਾਂ ਦੇ ਬੇਟਾ ਜਥੇਦਾਰ ਗੁਰਨਾਮ ਸਿੰਘ ਜੀ ਵੀ ਸੰਗਤ ਦੀ ਸੇਵਾ ਵਿੱਚ ਆਏ। ਉਹਨਾਂ ਦੇ ਪਿਤਾ ਜੀ ਦੀ ਇੱਕ ਘਟਨਾ ਜੋ ਲਿਖੀ ਵੀ ਬਹੁਤ ਪਿਆਰੀ, ਇੱਕ ਵਾਰ ਮੀਂਹ ਨਾ ਪਿਆ ਅਤੇ ਬਹੁਤ ਹੀ ਲੋਕੀ ਫਸਲਾਂ ਨਾ ਖੋਣ ਅਤੇ ਗਰੀਬੀ ਨੇ ਆਉਣਾ ਹੀ ਹੈ। ਜ਼ਿਮੀਂਦਾਰਾਂ ਦਾ ਵੈਸੇ ਹੀ ਮਸਾਂ ਗੁਜ਼ਾਰਾ ਹੁੰਦਾ, 6 ਮਹੀਨਿਆਂ ਬਾਅਦ ਫਸਲ ਨੇ ਆਉਣਾ ਹੁੰਦਾ। ਫਿਰ ਕਿਧਰੇ ਜਾ ਕੇ 4 ਦਿਨ ਰੋਜੀ ਰੋਟੀ ਚੱਲਣੀ ਹੁੰਦੀ, ਫਿਰ ਉਧਾਰ ਦੂਰ ਪਕੜ ਕੇ ਲੈਂਦੇ, ਫਿਰ ਉਹ ਲਾਣੇ। ਅਤੇ ਜੇ ਉਹ ਵੀ ਮਰ ਜਾਵੇ, ਨਾ ਫਸਲ ਆਵੇ, ਅਤੇ ਬੱਚੇ ਰੋਜੀ ਕਿੱਥੋਂ ਖਾਣ। ਦੁਖੀ ਵੇਖ ਕੇ ਸਰਦਾਰ ਦਲੀਪ ਸਿੰਘ ਜੀ ਦੇ ਅੰਦਰ ਬਹੁਤ ਹੀ ਤਰਸ ਆਵੇ ਵੀ ਕੀ ਕੀਤਾ ਜਾਵੇ। ਉਹਨਾਂ ਨੇ ਮਹਾਂਪੁਰਖਾਂ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਿਆਂ ਵਾਲਿਆਂ ਕੋਲ ਬੇਨਤੀ ਕੀਤੀ। ਉਹਨਾਂ ਨੇ ਕਿਹਾ, ਉਹਨਾਂ ਦਾ ਆਪਣਾ ਢੰਗ ਸੀ ਨਾ ਕੰਮ ਕਰਨ ਦਾ, ਹਰ ਸਾਧੂ ਦਾ, ਹਰ ਗੁਰਮੁਖ ਦਾ ਭਲਾ ਕਰਨ ਦਾ ਵੱਖਰਾ ਵੱਖਰਾ ਢੰਗ ਹੋਇਆ ਕਰਦਾ, ਕਦੇ ਇੱਕੋ ਜਿਹਾ ਨਹੀਂ। ਉਹ ਕਹਿਣ ਲੱਗੇ, ਤੁਸੀਂ ਆਪਣੀ ਦਸਵੰਧ ਦੀ ਮਾਇਆ ਜਿੰਨੀ ਪਹਿਲਾਂ ਉਹ ਕੱਢੋ। 7 ਬਚਨ ਹੋਰਨਾਂ ਨੂੰ ਪ੍ਰੇਰਨਾ ਕੀਤੀ ਅਤੇ ਗੁਰੂ ਨਾਨਕ ਭੰਡਾਰ ਦੀ ਸਥਾਪਨਾ ਕਰ ਦਿੱਤੀ। ਫਿਰ ਇਹਦੇ ਵਿੱਚੋਂ ਜਦੋਂ ਸਾਰੀ ਇਕੱਠੀ ਹੋ ਗਈ ਲੰਗਰ, ਉਹ ਛਕਾਇਆ ਜਾਵੇ, ਸਭਨਾਂ ਨੂੰ, ਸਭਨਾਂ ਦੀ ਮਦਦ ਕੀਤੀ ਜਾਵੇ। ਅਤੇ ਪਿਆਰਿਓ, ਇਹੋ ਜਿਹੇ ਢੰਗ ਨਾਲ ਵਾਕਈ ਉਹ ਭੰਡਾਰਾ ਹਰ ਵਾਰ ਇਕੱਠਾ ਹੋਣਾ, ਬੇਅੰਤ ਉਹਦੇ 'ਚੋਂ ਲੰਗਰ ਚੱਲਣੇ। ਕੁਝ ਸਾਲ ਚੱਲਦਾ ਰਿਹਾ। ਫਿਰ ਇਹ ਸੇਵਾ ਟਕਸਾਲ ਨੂੰ ਭੇਜਣ ਲੱਗ ਪਏ ਵੀ ਉੱਥੇ ਹੁਣ ਸੇਵਾ ਕਰ ਰਹੇ ਨੇ, ਉਹ ਇਹ ਸੇਵਾ ਕਰਨਗੇ। ਮੇਰੇ ਕਹਿਣ ਤੋਂ ਮੁਰਾਦ ਸੀ, ਮੈਂ ਗੱਲ ਕਰਨ ਲੱਗਾ ਸਾਂ ਜਥੇਦਾਰ ਗੁਰਨਾਮ ਸਿੰਘ ਸਾਹਿਬ ਖੁਰਾ ਨੂੰ ਵੀ ਉਹਨਾਂ ਦੇ ਪਿਤਾ ਜੀ ਨੂੰ ਪਹਿਲਾਂ ਸੰਗਤ ਮਿਲੀ, ਫਿਰ ਉਹਨਾਂ ਨੂੰ, ਅਤੇ ਉਹਨਾਂ 'ਤੇ ਕਿਰਪਾ ਇਹ ਕੀਤੀ ਮਹਾਰਾਜ ਨੇ, ਕਿਸੇ ਨੂੰ ਸਾਧੂ ਦਾ ਸੰਗ ਮਿਲਦਾ, ਇੱਕ ਦਿਨ ਮਿਲ ਜਾਏ, ਇੱਕ ਘੜੀ ਮਿਲ ਜਾਏ, ਬੇੜੇ ਪਾਰ ਹੋ ਜਾਂਦੇ ਨੇ। ਪਰ ਜਥੇਦਾਰ ਗੁਰਨਾਮ ਸਿੰਘ ਜੀ 'ਤੇ ਮੋਟਰਸਾਈਕਲ 'ਤੇ ਬਾਬਾ ਜੀ ਨੂੰ ਪਿੱਛੇ ਬਿਠਾ ਕੇ ਵੱਖ ਵੱਖ ਸਮਾਗਮਾਂ 'ਤੇ ਖੁਦ ਲੈ ਕੇ ਜਾਂਦੇ ਰਹੇ। ਉਹਨਾਂ ਨੇ ਬਚਨ ਵੀ ਸੁਣਨਾ ਸੁਭਾਵਿਕ ਹੈ। ਜਿਹੜੇ ਕੋਈ ਪਰਸਨਲ ਸਵਾਲ ਉੱਠਦੇ ਨੇ ਉਹ ਵੀ ਪੁੱਛਣੇ ਅਤੇ ਜਵਾਬ ਮਿਲਣਾ। ਅਤੇ ਸਭ ਤੋਂ ਵੱਡਾ ਹੁੰਦਾ ਕਿਸੇ ਸਾਧੂ ਦੇ ਪਵਿੱਤਰ ਔਰੇ ਵਿੱਚ ਰਹਿਣਾ। ਜੇ ਸ਼ਰਧਾ ਹੋਵੇ, ਪਿਆਰ, ਉਹ ਪਵਿੱਤਰ ਔਰੇ ਵਿੱਚ ਸੁਰਤੀ ਨੂੰ ਬਹੁਤਾ ਕੁਝ ਨਹੀਂ ਕਰਨਾ ਪੈਂਦਾ। ਸੁਤੇ ਸਿੱਧ ਹੀ ਅੰਦਰ ਦਾ ਟਿਕਾਓ, ਅੰਦਰ ਦੀਆਂ ਖੇਡਾਂ ਉਹ ਵਰਤ ਜਾਂਦੀਆਂ ਨੇ। ਉਹਨਾਂ ਨੂੰ ਬਹੁਤ ਸੰਗਤ ਮਿਲੀ। ਉਹਨਾਂ ਦੀ ਬਦੌਲਤ ਹੀ ਅੱਗੋਂ ਸਰਦਾਰ ਜੋਗਿੰਦਰ ਸਿੰਘ ਜੀ ਚੋਪੜਾ ਕਹਿੰਦੇ, ਕਿਉਂਕਿ ਨੌਕਰੀ ਇਕੱਠੇ ਕਰਦੇ ਸਨ, ਪਿਤਾ ਜੀ ਦੀ ਬਰਸੀ 'ਤੇ ਗਏ ਪਿੰਡ, ਉੱਥੇ ਬਾਬਾ ਜੀ ਬਾਬਾ ਕਰਤਾਰ ਸਿੰਘ ਸਾਹਿਬ ਵੀ ਆਏ ਸਨ, ਉਹਨਾਂ ਨਾਲ ਮੇਲ ਕਰਾਇਆ। ਚੋਪੜਾ ਜੀ ਲਿਖਦੇ, ਬਾਬਾ ਜੀ ਨੇ ਕਿਹਾ ਸੰਗਤ 'ਚ ਆਇਆ ਕਰੋ। ਕਹਿੰਦੇ ਸੀ ਵੀ ਸਰਸਰੀ ਜੀ ਕਹਿ ਦਿੱਤਾ ਜੀ ਠੀਕ ਹੈ ਆਵਾਂਗੇ। ਐਸਾ ਹੀ ਹੁੰਦਾ ਹੈ। ਅਕਸਰ ਹੀ ਸਾਧੂ ਜਦੋਂ ਵੀ ਕੋਈ ਬਚਨ ਕਰੇਗਾ ਉਹ ਜਾਗ ਕੇ ਕਰਦਾ। ਅਸੀਂ ਜਦੋਂ ਵੀ ਸੁਣਦੇ ਹਾਂ ਜਾਂ ਬੋਲਦੇ ਉਹ ਸੁੱਤੇ ਸੁੱਤੇ ਠੀਕ ਹੈ ਜੀ, ਆਵਾਂਗੇ ਜੀ, ਵੇਖਾਂਗੇ ਜੀ, ਠੀਕ ਹੈ, ਪੱਕਾ ਕਰਨਾ ਕੁਛ ਵੀ ਨਹੀਂ ਹੁੰਦਾ। ਦੇਣ ਵਾਲਾ ਜਾਗ ਕੇ ਦੇਣ ਨੂੰ ਦਾਤ ਤਿਆਰ ਬੈਠਾ ਹੁੰਦਾ ਹੈ, ਪਰ ਲੈਣ ਵਾਲਾ ਨੂੰ ਪਤਾ ਹੀ ਨਹੀਂ ਇਸ ਬਚਨ ਦੀ ਕੀਮਤ ਕੀ ਹੈ। ਪਰ ਇਹ ਕਿਸੇ ਦਾ ਕਸੂਰ ਨਹੀਂ, ਇਹ ਸਤਿਗੁਰੂ ਦੀ ਮਿਹਰ ਹੋਵੇ, ਸੰਗਤ ਮਿਲੇ ਤੇ ਤਾਂ ਸੋਝੀ ਪੈਂਦੀ ਹੈ। ਤਾਂ ਹੀ ਸਾਹਿਬ ਕਹਿੰਦੇ ਨੇ ਨਾ, ਆਪੇ ਸੋਝੀ ਪੈਂਦਾ ਪਿਆਰਾ, ਆਪੇ ਸੋਝੀ ਪੈਂਦਾ ਪਿਆਰਾ। ਉਹ ਆਪ ਹੀ ਸੋਝੀਆਂ ਪਾਉਂਦਾ ਜੇ ਪਿਆਰਿਓ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦਖੀ ਆਖ ਵਖਾਣੈ। ਉਹ ਹੀ ਜਾਣ ਸਕਦਾ ਹੈ। ਸਰਦਾਰ ਜੋਗਿੰਦਰ ਸਿੰਘ ਜੀ ਚੋਪੜਾ ਖੁਰਾ ਨੇ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਲਿਖੀਆਂ, ਕਿਵੇਂ ਹੌਲੀ ਹੌਲੀ ਸੰਗਤ ਇਹ ਰੰਗ ਚੜ੍ਹੇ, ਕਿਵੇਂ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਜਾਂਦੀ ਸੀ ਸ਼ਰਮਾ ਜੀ ਨਾਲ। ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਦੇ ਕੋਲ ਖਲੋ ਕੇ ਅਰਦਾਸ ਕੀਤੀ, ਦਾਤਾ
ਗੁਰੂ ਰਾਮਦਾਸ ਪਿਤਾ ਜੀ ਇੱਕ ਪਾਸੇ ਆਪਣੀ ਸੰਗਤ ਦੇ ਦੀਦਾਰ ਕਰਾ ਕੇ ਠੰਡ ਪਾਉਂਦੇ ਹੋ, ਅੰਦਰ ਦੂਜੇ ਪਾਸੇ ਸ਼ਰਾਬ ਮਾਸ ਖਾਣ ਦੀ ਇਹ ਭੈੜੀ ਆਦਤ ਨਹੀਂ ਛੁੱਟ ਰਹੀ, ਛੁਡਾਓ। ਗੁਰੂ ਰਾਮਦਾਸ ਪਿਤਾ ਨੇ ਉਹ ਵੀ ਛੁਡਾ ਦਿੱਤੀ। ਮੈਂ ਛੋਟੇ ਸ਼ਬਦਾਂ 'ਚ ਗੱਲ ਕਰਾਂ ਪਿਆਰਿਓ, ਪਰਉਪਕਾਰ ਹੁੰਦਾ ਹੈ। ਸਰਦਾਰ ਜੋਗਿੰਦਰ ਸਿੰਘ ਜੀ ਚੋਪੜਾ ਸਾਹਿਬ, ਉਹਨਾਂ ਨੂੰ ਫਿਰ ਸਤਿਗੁਰੂ ਜੀ ਨੇ ਤਰਸ ਕਰਕੇ ਬਰਿਆਰਾਂ ਵਾਲੇ ਮਹਾਂਪੁਰਖਾਂ ਦੀ ਬਹੁਤ ਵਧੇਰੇ ਸੰਗਤ ਮਿਲੀ। ਜਦੋਂ ਇਹ ਬਿਮਾਰ ਹੋਏ ਤਾਂ ਵੀ ਮਹਾਂਪੁਰਖਾਂ, ਜਦੋਂ ਮਹਾਂਪੁਰਖਾਂ ਦਾ ਸਰੀਰ ਢਿੱਲਾ ਹੋਇਆ ਤੇ ਫਿਰ ਵੀ ਲੰਬਾ ਸਮਾਂ ਇਹਨਾਂ ਦੇ ਗ੍ਰਹਿ ਵਿਖੇ ਹੀ ਭਾਗ ਲੱਗੇ। ਉੱਥੇ ਕਈ ਖੇਡਾਂ ਵਰਤੀਆਂ, ਕਈ ਕੁਝ ਹੋਇਆ। ਗੱਲ ਕਰੀਏ ਇੱਥੋਂ ਹੀ ਸ਼ੁਰੂ ਕਰਦੇ ਹਾਂ ਅਗਲੀ ਗੱਲ, ਕਿਉਂਕਿ ਭੈਣ ਬੀਬੀ ਗੁਰਬਖਸ਼ ਕੌਰ ਬਾਰੇ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ। ਇਹ ਤਿੰਨੇ ਮਹਾਰਾਜ ਦੀ ਕਿਰਪਾ ਨਾਲ ਵੱਖ-ਵੱਖ ਜਗ੍ਹਾ 'ਤੇ ਇਹ ਸਰੀਰ ਹੁਣ ਵੀ ਸਤਿਗੁਰੂ ਜੀ ਦੀ ਬਾਣੀ ਦਾ, ਨਾਮ ਦਾ, ਸੰਗਤ ਦਾ ਆਨੰਦ ਮਾਣ ਰਹੇ ਨੇ। ਗੱਲ ਕਰ ਰਹੇ ਸਾਂ ਸਰਦਾਰ ਜੋਗਿੰਦਰ ਸਿੰਘ ਜੀ ਚੋਪੜਾ ਖੁਰੀ, ਜਦੋਂ ਭਲਾਈ ਸਮਾਗਮਾਂ 'ਤੇ ਗਏ ਤਾਂ ਦੱਸਦੇ ਨੇ ਉਹਨਾਂ ਦੇ ਘਰੋਂ ਬੀਬਾ ਸੁਰਿੰਦਰ ਕੌਰ ਸੰਗਤ ਪਿੱਛੇ ਬੈਠੇ ਸਨ, ਦੀਵਾਨ ਚੱਲ ਰਿਹਾ ਏ। ਉਹ ਬੀਬਾ ਸੁਰਿੰਦਰ ਕੌਰ ਜਦੋਂ ਕੀਰਤਨ ਦੇ ਅੰਦਰ ਚੌਂਕੜੀ ਵੱਜੀ, ਉਹ ਨੇਤਰ ਬੰਦ ਨੇ ਤੇ ਅਚਾਨਕ ਹੱਥ ਉੱਠਣੇ ਸ਼ੁਰੂ ਹੋ ਗਏ। ਪਿਆਰਿਓ, ਜਿੱਥੇ ਸਾਰੀ ਸੰਗਤ ਨਾਮ ਜਪਣ ਵਾਲੀ ਹੋਏਗੀ ਉੱਥੇ ਮਹਾਰਾਜ ਦੀਆਂ ਖੇਡਾਂ ਬੜੀ ਛੇਤੀ ਵਰਤਦੀਆਂ ਨੇ। ਨਵਾਂ ਜਗਿਆਸੂ ਦੇ ਇੱਕਦਮ ਜਿਹੜਾ ਮਨ ਪਾਪਾਂ ਕਰਮਾਂ ਨਾਲ ਸੜਿਆ ਹੁੰਦਾ ਉਹ ਵੀ ਸ਼ੁੱਧ ਹੋ ਜਾਂਦਾ ਹੈ। ਪਰ ਮੁਸ਼ਕਲ ਇਹ ਹੁੰਦੀ ਏ, ਬਹੁਤੀ ਵਾਰੀ ਗੁਰੂ ਕੀ ਸੰਗਤ ਵਿੱਚ ਧਿਆਨ ਜੋੜਨ ਲਈ ਅਸੀਂ ਜਾਂਦੇ ਹੀ ਨਹੀਂ। ਕੀਰਤਨ ਖੋ ਰਿਹਾ, ਠੀਕ ਹੈ, ਕਿਹੜਾ ਸ਼ਬਦ ਹੈ, ਪਰ ਅੰਦਰ ਕੁਝ ਹੋਰ ਚੱਲ ਰਿਹਾ ਹੈ। ਉਹਨਾਂ ਸੁਚੇਤ ਹੋ ਕੇ ਜਾਗ ਕੇ ਇਹਨਾਂ ਗੱਲਾਂ ਨੂੰ ਲਿਆ ਨਹੀਂ ਜਾਂਦਾ। ਕਈ ਵਾਰ ਤੇ ਹੈਰਾਨ ਹੋਈਦਾ ਏ, ਜਿਹੜੇ ਲੋਕ ਵੀਰ ਭੈਣ ਸੰਗਤ ਕਿਸੇ ਨਾ ਕਿਸੇ ਸਾਧੂ ਗੁਰਮੁਖ ਦੀ ਕਰਦੇ, ਉੱਥੇ ਰੰਗ ਬਹੁਤ ਲੱਗੇ ਹੁੰਦੇ। ਕਈ ਵਾਰ ਸਮਾਂ ਪਾ ਕੇ ਹੌਲੀ ਹੌਲੀ ਉੱਥੇ ਵੀ ਲੋਕੀ ਸੌਂ ਜਾਂਦੇ ਨੇ। ਕੀਰਤਨ ਕਥਾ ਤੇ ਹੋਏਗਾ ਪਰ ਉਹ ਚੀਜ਼ ਹੌਲੀ ਹੌਲੀ ਅਲੋਪ ਹੋ ਜਾਂਦੀ, ਜਿਵੇਂ ਆਮ ਹੁੰਦਾ ਉਸ ਤਰ੍ਹਾਂ ਹੋਣ ਲੱਗ ਪੈਂਦਾ। ਐਸਾ ਕਦੇ ਨਹੀਂ ਚਾਹੀਦਾ। ਹਮੇਸ਼ਾ ਚੇਤਾ ਰੱਖੀਏ, ਸਤ ਸੰਗਤ ਕੈਸੀ ਜਾਣੀਐ, ਜਿੱਥੇ ਕੋ ਨਾਮ ਵਖਾਣੀਐ। ਉੱਥੇ ਇੱਕੋ ਨਾਮ ਚੱਲੇ, ਨਾਮ ਦੀ ਭੁੱਖ ਹੋਵੇ। ਮਹਾਰਾਜ ਜੀ ਦਾ ਬਚਨ ਹੈ, ਸਹਿਬ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਰਤਦਾ। ਸੰਗਤ ਵਿੱਚ ਰੱਬ ਵਰਤਦਾ ਤੇ ਆਪਾਂ ਨੂੰ ਜੇ ਇਹ ਗੱਲ ਪੱਕੀ ਹੋ ਜਾਏ ਵੀ ਸੱਚੀ ਮੁੱਚੀ ਵਾਹਿਗੁਰੂ ਨੇ ਵਰਤਣਾ ਹੈ, ਤੇ ਅਸੀਂ ਆਪਣਾ ਹਿਰਦਾ, ਆਪਣੀ ਸੁਰਤੀ, ਆਪਣਾ ਧਿਆਨ ਕਿਉਂ ਨਹੀਂ ਗੁਰੂ ਸ਼ਬਦ ਦੇ ਕੋਲ ਵਿਛਾਵਾਂਗੇ। ਤੋ ਸਰਦਾਰ ਜੋਗਿੰਦਰ ਸਿੰਘ ਇਹ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਰੇ ਲਿਖਦੇ ਨੇ, ਕਹਿੰਦੇ ਉੱਥੇ ਬੈਠਿਆਂ ਹੀ ਐਖੋ ਜਿਹਾ ਖੁਲਾਰਾ ਆਇਆ। ਇਹ 20-25 ਫੁੱਟ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਦੂਰ ਸਨ। ਚੌਂਕੜੀ ਵੱਜੀ, ਨੇਤਰ ਬੰਦ, ਦੋਨੋਂ ਹੱਥ ਜੁੜੇ ਹੋਏ ਹੌਲੀ ਹੌਲੀ ਸਿਰ ਵੱਲ ਨੂੰ ਚਲੇ ਗਏ। ਉੱਪਰ ਹੱਥ ਜੁੜੇ ਨੇ, ਉਸੇ ਤਰ੍ਹਾਂ ਹੀ ਸਰੀਰ ਜਿਹੜਾ ਸਿੱਧਾ ਉੱਡਿਆ ਤੇ ਹੌਲੀ ਹੌਲੀ ਮਹਾਰਾਜ ਵੱਲ ਵੱਧਦਾ ਜਾਵੇ। ਵਿਚਕਾਰ ਗਾਡਰ ਜੇ ਸਨ, ਸਾਰੀ ਸੰਗਤ ਡਰ ਗਈ ਗਾਡਰ 'ਚ ਵੱਜਣਗੇ, ਪਰ ਸਰੀਰ ਝੂਮਦਾ ਇੱਧਰ ਉੱਧਰ ਲੰਘਿਆ, ਵੱਜਾ ਨਹੀਂ। ਉੱਥੇ ਝੁਕ ਕੇ ਉਹ ਉਸੇ ਹਾਲਤ ਵਿੱਚ ਹੀ ਫੇਰ ਪਿੱਛੇ ਆ ਕੇ ਆਪਣੀ ਜਗ੍ਹਾ 'ਤੇ ਟਿਕ ਗਿਆ। ਪਰ ਇੱਥੇ ਇੱਕ ਦੋ ਸਵਾਲ ਖੜੇ ਹੁੰਦੇ ਨੇ। ਅਜੇ ਕੱਲ੍ਹ ਵੀ ਇੱਕ ਸਿੰਘ ਦਾ ਇੱਥੋਂ ਸਰੀ ਤੋਂ ਹੀ ਫੋਨ ਆਇਆ। ਉਹ ਕਿਸੇ ਦੀ ਪੁਰਾਣੀ ਗੱਲ ਦੱਸ ਰਿਹਾ ਸੀ ਵੀ ਕਿਸੇ ਬੀਬਾ ਨੂੰ ਇਸ ਤਰ੍ਹਾਂ ਹੋਇਆ, ਉਹਨਾਂ ਦਾ ਸਰੀਰ ਸਿਮਰਨ ਕਰਦਿਆਂ ਛੱਤ ਨਾਲ ਜਾ ਲੱਗਾ। ਘਰ ਦੇ ਫਿਕਰ ਕਰਦੇ ਸਨ ਵੀ ਇਹ ਕੀ ਹੋ ਗਿਆ। ਇਲਾਜ ਕਰਵਾਉਣੇ ਸ਼ੁਰੂ ਕੀਤੇ, ਬਾਅਦ ਪਤਾ ਲੱਗਾ ਵੀ ਕੁਛ ਵੀ ਨਹੀਂ ਹੋਇਆ। ਮੈਂ ਬੇਨਤੀ ਕਰਨ ਲੱਗਾ ਵੀ ਕੀ ਇਸ ਤਰ੍ਹਾਂ ਹੋ ਸਕਦਾ? ਇਹ ਐਸਾ ਕਿਉਂ ਹੁੰਦਾ ਹੈ? ਕਦੇ ਕਦੇ ਹੁੰਦਾ ਹੈ। ਮੈਨੂੰ ਯਾਦ ਹੈ ਵਿਨੀਪੈਗ ਕੈਨੇਡਾ ਵਿੱਚ ਨੌਜਵਾਨ ਸਿੰਘ ਅੰਮ੍ਰਿਤ ਵੇਲਾ ਸਾਂਭਦਾ ਸੀ। ਸੰਗਤ ਮਿਲੀ, ਉਹ ਅੰਮ੍ਰਿਤ ਵੇਲੇ ਬੈਠਾ, ਮਹਾਰਾਜ ਦੀ ਕਿਰਪਾ ਨਾਲ ਸਿਮਰਨ ਕਰੇ, ਜਿਉਂ-ਜਿਉਂ ਕਰੇ ਉਹ ਸਾਰਾ ਸਰੀਰ ਚੌਂਕੜੇ ਵਿੱਚ ਹੀ ਉੱਪਰ ਉੱਠ ਜਾਵੇ, ਉੱਠ ਕੇ ਛੱਤ ਨਾਲ ਜਾ ਲੱਗਾ। ਉਹ ਘਬਰਾ ਗਿਆ। ਜਦੋਂ ਉਹਨੂੰ ਸੋਝੀ ਇਹ ਕੀ ਹੋ ਗਿਆ, ਉਹਨੇ ਮੁੜ ਕੇ ਅੰਮ੍ਰਿਤ ਵੇਲਾ ਹੀ ਛੱਡ ਦਿੱਤਾ, ਸਿਮਰਨ ਹੀ ਛੱਡ ਦਿੱਤਾ।
ਐਸਾ ਅਸੀਂ ਤਾਂ ਗਲਤੀਆਂ ਕਰਦੇ ਹਾਂ, ਸਾਨੂੰ ਕੋਈ ਗੁਰਮੁਖ, ਕੋਈ ਨਾਮ ਜਪਣ ਵਾਲੀ ਰੂਹ ਦੀ ਸੰਗਤ ਨਹੀਂ ਮਿਲਦੀ। ਪਿਆਰਿਓ, ਇਹ ਸਤਿਗੁਰੂ ਦੀਆਂ ਖੇਡਾਂ ਹੁੰਦੀਆਂ ਨੇ। ਸੁਰਤੀ ਜਦੋਂ ਮਹਾਰਾਜ ਦੇ ਚਰਨਾਂ ਨਾਲ ਜੁੜਦੀ ਹੈ ਤੇ ਇਸ ਧਰਤੀ ਦੀ ਪਕੜ ਹਟ ਜਾਂਦੀ। ਸ਼ਬਦ ਆਪਣੀ ਖਿੱਚ ਪਾਉਂਦਾ ਹੈ। ਮਨ ਦਾ ਟਿਕਾਣਾ ਬਿਲਕੁਲ ਸਰੀਰ ਦੇ ਥੱਲੇ। ਸਤਿਪੁਰਸ਼ ਦੱਸਦੇ ਨੇ, ਧੁਨੀ ਤੋਂ ਥੱਲੇ ਜਿੱਥੇ ਰੀੜ੍ਹ ਦੀ ਖੱਡੀ ਮੁੱਕਦੀ, ਉੱਥੇ ਜਾ ਕੇ ਤੇ ਜਿਹੜਾ ਪਰਮੇਸ਼ਰ ਦਾ ਘਰ ਹੈ ਉਹ ਹੈ ਦਸਮ ਦੁਆਰ ਉੱਪਰ। ਜਿਉਂ-ਜਿਉਂ ਨਾਮ ਜਪਾਂਗੇ ਤਿਉਂ-ਤਿਉਂ ਸੁਰਤੀ ਥੱਲਿਓਂ ਉੱਠ ਕੇ ਉੱਪਰ ਹਿਰਦੇ ਵਿੱਚ, ਧੁਨੀ ਵਿੱਚ, ਮਸਤਕ ਤੇ ਸੀਸ ਵਿੱਚ ਜਾਂਦੀ ਹੈ। ਪਰ ਜਦੋਂ ਮਹਾਰਾਜ ਦੀ ਮਿਹਰ ਨਾਲ ਕੋਈ ਜਗਿਆਸੂ ਨਾਮ ਜਪਦਾ, ਅਚਾਨਕ ਜਦੋਂ ਖਿੱਚ ਪੈਂਦੀ ਤਾਂ ਪੂਰੇ ਸਰੀਰ ਨੂੰ ਖਿੱਚ ਲੈਂਦੇ ਹਨ। ਤਾਂ ਹੀ ਕਿਹਾ ਜਾਂਦਾ ਹੈ, ਅਰਦਾਸਾਂ ਕਰਨੀਆਂ ਚਾਹੀਦੀਆਂ ਨੇ, ਮਹਾਰਾਜ ਜੀ ਅਜਰ ਵਸਤੂ ਨੂੰ ਜਰਨ ਦੀ ਸ਼ਕਤੀ ਦਿਆ ਜੀ। ਸਾਧੂ ਲੋਕ ਤੁਸੀਂ ਵੇਖਿਆ ਹੋਗਾ, ਕਈ ਵਾਰ ਉਹ ਪਹਿਲਾਂ ਸੇਵਾ ਹੀ ਨਾਲ ਕਰਵਾਉਂਦੇ ਰਹਿੰਦੇ ਨੇ, ਜਾਂ ਸੰਗਤ ਦੇ ਭਾਂਡੇ ਮੰਜਵਾਣੇ ਇੱਧਰ ਉੱਧਰ, ਤਾਂ ਕਿ ਪਾਚਨ ਸ਼ਕਤੀ ਅੰਦਰ ਦੀ ਬਣ ਜਾਵੇ। ਉਹ ਗੱਲ ਇੱਕ ਤਾਂ ਉਹ ਮੈਨੂੰ ਯਾਦ ਹੈ, ਇੱਕ ਵਾਰੀ ਗੁਰੂ ਰਾਮਦਾਸ ਸਰਾਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੇ ਨਾਲ ਸੀ, ਵਿਦਿਆਰਥੀ ਸਾਂ। ਅਤੇ ਉਦੋਂ ਬਾਕੀ ਸਰਾਵਾਂ 'ਚ ਨਹੀਂ ਸਨ ਬਣੀਆਂ, ਗੁਰੂ ਹਰਗੋਬਿੰਦ ਨਿਵਾਸ ਜਾਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨਿਵਾਸ, ਜਾਂ ਮਾਤਾ ਗੰਗਾ ਨਿਵਾਸ, ਜਾਂ ਗੁਰੂ ਗੋਬਿੰਦ ਸਿੰਘ ਨਿਵਾਸ, ਉਹ ਕੁਝ ਨਹੀਂ ਸਨ। ਗੁਰੂ ਰਾਮਦਾਸ ਸਾਹਿਬ ਸਰਾਂ ਸੀ, ਜਾਂ ਤੇਜਾ ਸਿੰਘ ਸਮੁੰਦਰੀ ਖਾਲ, ਗੁਰੂ ਨਾਨਕ ਨਿਵਾਸ ਬਾਰੇ ਮੈਨੂੰ ਯਾਦ ਨਹੀਂ। ਪਰ ਉਦੋਂ ਇੱਥੇ ਇੱਕ ਕੋਨੇ ਵਿੱਚ ਹੀ ਸੰਤ ਠਹਿਰਦੇ ਸਨ, ਵੱਡਾ ਸਾਰਾ ਹਾਲ ਕਮਰਾ, ਬਾਕੀ ਕਮਰਿਆਂ ਸਿੰਘ। ਸੰਗਤ ਜਿਹੜੀ ਵੈਸੇ ਆਉਂਦੀ ਹੈ ਉਹਨਾਂ ਨੂੰ ਵੀ ਕਮਰੇ ਮਿਲਦੇ। ਇੱਕ ਬੀਬਾ ਉਦੋਂ ਮੰਜੀਆਂ ਦਿੰਦੇ ਸਨ, ਬਾਹਰ ਉਹਨਾਂ ਨੇ ਬਰਾਂਡੇ 'ਚ ਡਾਹ ਲਈ। ਅਖੰਡ ਕੀਰਤਨ ਜਥੇ ਨਾਲ ਸੰਬੰਧਿਤ ਸੀ ਉਹ ਭੈਣ, ਉਹ ਸੁੱਤੀ ਸੁੱਤੀ ਅਭਿਆਸ ਉਹਨੇ ਸ਼ੁਰੂ ਕੀਤਾ, ਵਾਹਿਗੁਰੂ ਵਾਹਿਗੁਰੂ। ਸੁੱਤੀ ਦਾ ਸਿਮਰਨ ਚੱਲ ਕੇ ਸਰੀਰ ਮੰਜੇ ਤੋਂ ਉੱਪਰ ਭੁੜਕਦਾ ਸੀ, ਜਿਵੇਂ ਬੌਲ ਭੜਕਦਾ। ਪਹਿਲੀ ਵਾਰ ਵੇਖਿਆ, ਡਰੇ। ਮੇਰੇ ਕਹਿਣ ਤੋਂ ਮੁਰਾਦ ਇਹ ਡਰਨ ਘਬਰਾਉਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਦੂਸਰਾ, ਪਖੰਡ ਨਹੀਂ ਹੁੰਦਾ, ਸੱਚ ਵਰਤਦਾ। ਤੀਸਰਾ, ਜਿਹੜੀ ਗੱਲ ਅੱਜ ਆਪਾਂ ਬਰਿਆਰਾਂ ਵਾਲੇ ਮਹਾਂਪੁਰਖਾਂ ਦੇ ਕਰਦਿਆਂ ਗੱਲ ਚੱਲੀ ਪਈ, ਇਹ ਘਟਨਾ ਲਿਖੀ ਪਈ, ਆਪੇ ਸਰੀਰ ਗਿਆ ਵੀ ਵਾਪਸ ਆ ਗਿਆ। ਇਹ ਸਤਿਗੁਰੂ ਜੀ ਦੀ ਪਿਆਰੀ ਖੇਡ ਹੈ। ਅੰਦਰ ਤਾਂ ਸੁਰਤੀਏ ਕੁਝ ਕਰਦੇ ਹੀ ਹੈ, ਉਹਨਾਂ ਦੀ ਮੌਜ ਉਹਨਾਂ ਨੇ ਬਾਹਰੋਂ ਵੀ ਕਰਕੇ ਵਿਖਾ ਦਿੱਤੀ। ਇੱਥੇ ਇੱਕ ਹੋਰ ਚੇਤਾ ਰੱਖਣਾ, ਸਭਨਾਂ ਨੂੰ ਹੁਕਮ ਨਹੀਂ ਹੁੰਦਾ ਵੀ ਅਨਖਦ ਸ਼ਬਦ ਉੱਚੀ ਸੁਣਾਓ। ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਨੇ ਜਦੋਂ ਆਪਣੇ ਪਿੰਡ ਬਰਿਆਰੀ ਸਮਾਗਮ ਰੱਖਿਆ ਸੀ, ਉਹ ਸਮਾਗਮ ਲਗਾਤਾਰ 2 ਮਹੀਨੇ ਦਾ ਜਿਹੜਾ ਸਮਾਗਮ ਸੀ, ਸਾਰੀ ਸੰਗਤ ਨੂੰ ਸੱਦਿਆ। ਹੁਣ ਉਹਨਾਂ ਨੂੰ ਹੁਕਮ ਹੈ ਅਨਕਦ ਸ਼ਬਦ ਸੁਣਦੇ ਨਹੀਂ, ਸੁਣਾਉਣ ਦਾ। ਨਹੀਂ ਤੇ ਕਿਹਦਾ ਜੀ ਕਰਦਾ ਨਾ ਕੀਮਤੀ ਖਜ਼ਾਨਾ ਐਵੇਂ ਕਿਸੇ ਦੇ ਸਾਹਮਣੇ ਰੱਖੀ ਜਾਣ, ਕੋਈ ਗਾਹਕ ਹੋਵੇ ਨਾ ਖੋਵੇ। ਹੁਕਮ ਹੁੰਦਾ ਏ, ਹੁਕਮ ਤੋਂ ਬਗੈਰ ਕੁਝ ਨਹੀਂ ਹੁੰਦਾ। ਹੁਕਮ ਤੋਂ ਬਗੈਰ ਜੇ ਕੋਈ ਕਰੇਗਾ 4 ਦਿਨ ਚੱਲੇਗਾ, ਪਖੰਡ ਮੁੜ ਕੇ ਖਾਲੀ ਹੋ ਜਾਏਗਾ। ਪਰ ਇੱਕ ਗੱਲ ਹੁੰਦੀ ਹੁਕਮ ਵਿੱਚ ਕਰਨੀ, ਇੱਕ ਹਉਮੈ ਵਿੱਚੋਂ ਕਰਨੀ। ਜੋ ਕੰਮ ਹਉਮੈ 'ਚੋਂ ਕਰਾਂਗੇ ਕੋਈ ਕਰੇਗਾ, ਪਿਆਰਿਓ ਉਹਦੇ ਨਾਲ ਨੁਕਸਾਨ ਹੈ। ਕੋਈ ਹੁਕਮ ਵਿੱਚ ਕਰੇਗਾ, ਭਾਵੇਂ ਦੁਨੀਆ ਕੁਝ ਵੀ ਕਵੇ, ਉਹਦੀ ਪਰਵਾਹ ਨਹੀਂ ਹੁੰਦੀ, ਉਹਦੇ ਨਾਲ ਭਲਾ ਹੁੰਦਾ, ਭਲਾ। ਸਤਿਗੁਰੂ ਜੀ ਨੇ ਖੇਡ ਵਰਤਾਈ। ਗੁਰੂ ਕੇ ਪਿਆਰਿਓ, ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖਾਂ ਨੂੰ ਅਨਖਦ ਸ਼ਬਦ ਉਹ ਉੱਚੀ ਸੁਣਾਉਂਦੇ ਸਨ। ਵੱਖਰੇ ਵੱਖਰੇ ਸਾਜ਼ ਸੁਣਾਣੇ। ਭਾਈ ਦਿਆਲ ਸਿੰਘ ਜੀ, ਜੋ ਸਰਦਾਰ ਕਪੂਰ ਸਿੰਘ ਜੀ ਜਿਨ੍ਹਾਂ ਦਾ ਜ਼ਿਕਰ ਆਪਾਂ ਕੀਤਾ ਹੈ, ਉਹਨਾਂ ਦਾ ਜੀਵਨ ਪਹਿਲਾਂ ਬਿਲਕੁਲ ਹੀ ਹੋਰ, ਇੱਕਦਮ ਪਲਟ ਕੇ ਇੰਨੇ ਰੰਗ ਲੱਗੇ ਵੀ ਬਾਕੀ ਵੀ ਸੰਗੀ ਹੈਰਾਨ ਹੁੰਦੇ ਸੀ। ਇਹ ਕੱਲ੍ਹ ਤੱਕ ਸ਼ਰਾਬ ਮਾਸ ਵੇਚਣ ਵਾਲਾ, ਹੋਟਲ ਚਲਾਉਣ ਵਾਲਾ, ਅੱਜ ਇਹਦੀ ਡਿਊਟੀ ਲੱਗੀ ਦੂਸਰਿਆਂ ਦੀ ਮਦਦ ਕਰੇ ਨਾਮ ਜਪਣ ਵਿੱਚ, ਨਸ਼ਾ ਚੜ੍ਹਾ ਦਿੰਦੇ ਵੀ ਇਹਨਾਂ 'ਤੇ ਕਿਉਂ। ਇੱਕ ਮਿੱਠੀ ਜੀ ਜੈਲਸ ਵੀ ਇੱਕ ਦੂਸਰੇ ਨਾਲ ਜਗਿਆਸੂਨ ਹੁੰਦੀ ਹੈ ਨਾ, ਅਸੀਂ ਇੰਨੇ ਚਿਰ ਤੋਂ ਲੱਗੇ, ਕੱਲ੍ਹ ਆਏ ਤੇ ਇੰਨੀ ਕਿਰਪਾ ਸਾਡੇ 'ਤੇ ਕਿਉਂ ਨਹੀਂ। ਐਸਾ ਨਹੀਂ ਸੋਚਣਾ ਚਾਹੀਦਾ। ਮਹਾਂਪੁਰਖ ਕਿਆ ਕਰਦੇ ਸਨ, ਕਪੂਰ ਸਿੰਘ ਦੀ ਪੁਰਾਣੀ ਕਮਾਈ ਸੀ ਪਹਿਲਾਂ ਇਕੱਠੀ ਕੀਤੀ ਹੋਈ, ਹੁਣ ਤਾਂ ਕੇਵਲ ਇੱਕ ਸਬੱਬ ਬਣਿਆ ਸੀ। ਉਹਨਾਂ ਦੇ ਬੇਟੇ ਭਾਈ ਦਿਆਲ ਸਿੰਘ ਜੀ
ਜੋ ਟੋਰਾਂਟੋ ਨੇ, ਉਹ ਵੀ ਅਜੇ ਕੱਲ੍ਹ ਦੱਸ ਰਹੇ ਸਨ, ਕਹਿੰਦੇ ਵੀ ਬਾਬਾ ਜੀ ਵੱਖਰੇ ਵੱਖਰੇ ਅਣਖਤ ਸ਼ਬਦ ਜਿਹੜੇ ਸਾਜ਼ ਨੇ ਨਾ, ਸਿਤਾਰ ਕੈ, ਘੁੰਗਰੂ ਨੇ, ਖੜਤਾਲਾਂ ਨੇ, ਢੋਲਕ ਕੇ, ਉਹਦੀ ਆਵਾਜ਼ ਸੁਣਾਉਂਦੇ ਸੀ। ਅਤੇ ਬਰਿਆਰੀ ਉਹ ਸਮਾਗਮ ਵਿੱਚ 4 ਪਾਸਿਆਂ ਨੂੰ ਸਪੀਕਰ ਲਵਾਏ ਸਨ, ਅਤੇ ਉਹ ਸਪੀਕਰ ਵਿੱਚ ਉਹ ਸਾਰਾ ਕੁਝ ਉੱਚੀ ਉੱਚੀ ਸੰਗਤ ਨੇ ਜਦੋਂ ਨਾਮ ਜਪਣਾ ਅਤੇ ਮਹਾਂਪੁਰਖਾਂ ਨੇ ਅਣਖਤ ਸ਼ਬਦ ਸੁਣਾਉਣਾ, ਫਿਰ ਸਹਿਜ ਧੁਨ ਸੁਣਾਉਣੀ। ਅਤੇ ਚੋਪੜਾ ਜੀ ਲਿਖਦੇ, ਕਹਿੰਦੇ ਪੁੱਛਿਆ ਗਿਆ ਵੀ ਮਹਾਂਪੁਰਖੋ ਇਹ ਜਿਹੜੀ ਸਹਿਜ ਧੁਨ ਉੱਪਰ ਸੁਣਾਈ ਸਾਰਿਆਂ ਨੂੰ ਖੁੱਲ੍ਹੀ, ਇਹਦਾ ਕੀ ਲਾਭ ਹੈ? ਦੂਸਰਾ ਸਵਾਲ ਸੀ ਅਣਖਤ ਸ਼ਬਦ ਕਿਉਂ ਸੁਣਾਉਂਦੇ ਹੋ ਉੱਚੀ? ਸਵਾਲ ਇਹੋ ਜਿਹੇ ਹੋਣੇ ਵੀ ਚਾਹੀਦੇ ਹਨ, ਪਰ ਇੱਕ ਬੇਨਤੀ ਕਰਾਂ, ਕੁਛ ਲੈਣ ਲਈ ਸਵਾਲ ਹੋਣ, ਕੁਛ ਤਰਕ ਕਰਨ ਲਈ ਨਹੀਂ, ਮਾੜਾ ਕਹਿਣ ਲਈ ਨਹੀਂ। ਇੱਕ ਹੋਰ ਵੀ ਗੱਲ ਹੈ, ਅਸੀਂ ਲੱਖ ਕਹੀਏ ਵੀ ਇਹ ਗੱਲਾਂ ਠੀਕ ਨੇ, ਜਿੰਨਾ ਚਿਰ ਰੱਬ ਨਾ ਕਿਸੇ 'ਤੇ ਕਿਰਪਾ ਕਰੇ ਉਹ ਕਦੇ ਮੰਨ ਨਹੀਂ ਸਕਦਾ, ਅਤੇ ਜਦੋਂ ਉਹ ਕਿਰਪਾ ਕਰੇ ਤਾਂ ਫਿਰ ਕੋਈ ਰੁਕ ਵੀ ਨਹੀਂ ਸਕਦਾ। ਜਿਵੇਂ ਕਿਸੇ ਦਾ ਮਰਜ਼ੀ ਜੀਵਨ ਕੋਈ ਮਾੜਾ ਚੰਗਾ ਗੱਲ ਕਰ ਰਹੇ ਸਾਂ। ਦੂਸਰਾ ਸੀ ਅਣਖਤ ਸ਼ਬਦ ਕਿਉਂ ਸੁਣਾਉਂਦੇ ਹੋ ਉੱਚੀ? ਦੂਜਾ, ਪਹਿਲਾ ਸਵਾਲ ਸਹਿਜ ਧੁਨ ਸੁਣਾਉਣ ਦਾ ਕੀ ਲਾਭ? ਅਣਖਤ ਸ਼ਬਦ ਬਾਰੇ ਬਰਿਆਰਾਂ ਵਾਲੇ ਸਤਿਪੁਰਖ ਕਿਆ ਕਰਦੇ ਸੀ, ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨਤਾ, ਉਹਨਾਂ ਦੀ ਬਖਸ਼ਿਸ਼ ਦਾ ਪਤਾ ਲੱਗਦਾ ਅਤੇ ਉਹਦਾ ਭਰੋਸਾ ਵੱਧਦਾ ਹੈ ਵੀ ਆਹ ਨੇ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਜਦੋਂ ਕੋਈ ਕਮਾਈ ਵੇਖਦੇ ਹਾਂ ਅਤੇ ਕੁਦਰਤੀ ਹੈ ਬਹੁਤਾ ਦਾ ਸ਼ਰਧਾ ਬਣਦੀ ਅਤੇ ਮਹਾਰਾਜ ਨੂੰ ਉਹ ਵੀ ਪਿਆਰ ਕਰਦੇ ਨੇ, ਸੋ ਮਹਾਰਾਜ ਨਾਲ ਜੋੜਨ ਲਈ ਸਹਿਜ ਧੁਨ ਬਾਰੇ ਬਚਨ ਕੀਤਾ ਸੀ। ਇਹ ਸਹਿਜ ਧੁਨ ਇਹੋ ਜਿਹੀ ਹੈ ਜਿਹਦੇ ਵੀ ਕੰਨੀ ਪੈ ਗਈ ਵੀਰ ਭੈਣ ਜੀਵ ਜੰਤੂ ਪਸ਼ੂ ਪੰਛੀਆਂ ਦੇ, ਉਹ ਮੁੜ ਕੇ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਏਗਾ। ਕੌਣ ਏਡੇ ਵੱਡੇ ਬਚਨ ਕਰ ਸਕਦਾ ਏ ਜਿਨ੍ਹਾਂ ਦੀ ਜ਼ੁਬਾਨ ਤੋਂ ਬਚਨ ਉਹ ਆਪ ਅਖਵਾਏ, ਜਿਨ੍ਹਾਂ ਬਾਰੇ ਬਚਨ ਨੇ ਨਾ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਪਿਆਰਿਓ, ਜਦੋਂ ਇਹੋ ਜਿਹੀਆਂ ਬਖਸ਼ਾਂ ਨੂੰ ਵੇਖੀਦਾ ਹੈ ਤੇ ਅੰਦਰ ਗਾਏਗਾ ਨਾ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਇੱਕ ਤਾਂ ਸੋਹਿਲਾ ਸਾਹਿਬ ਪੜ੍ਹਦੇ ਨਾ, ਉੱਦਾਂ ਹੀ ਇੱਕ ਜਦੋਂ ਉਹ ਸੋਝੀ ਪਾਣ, ਉਦੋਂ ਅੰਦਰ ਕਹਿੰਦਾ, ਖੇ ਦਿਲਾਂ ਦੀਆਂ ਜਾਣਨ ਵਾਲਿਆ, ਮਿਹਰ ਕਰ ਮੈਨੂੰ ਆਪਣੇ ਪਿਆਰਿਆਂ ਦੀ ਚਰਨ ਧੂੜ ਦੇ ਨਹੀਂ, ਬਣਾ ਹੀ ਲੈ। ਕਾਰਨ ਅੰਦਰ ਨੂੰ ਕੁਝ ਦਿਸਦਾ ਹੈ। ਫਿਰ ਅੰਦਰ ਕਹੇਗਾ ਨਾ, ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਕ ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਤੂਰੇ, ਮੁਕ ਕਰ ਸੰਤਨ ਕੀ ਤੂਰੇ। ਬੇਨਤੀ ਕਰ ਰਿਹਾ ਸਾਂ ਵੀ ਇਹ ਸੁਰਿੰਦਰ ਕੌਰ ਜੀ ਜਿਵੇਂ ਗਏ, ਅਨੇਕਾਂ ਰੂਹਾਂ ਜਾਂਦੀਆਂ ਨੇ, ਨਾ ਤਾਂ ਇਹੋ ਜਿਹੀ ਘਟਨਾ ਵੇਖ ਕੇ ਉਹਨਾਂ ਦੇ ਦੁਆਲੇ ਹੋਈਏ ਵੀ ਤੁਹਾਡੇ 'ਤੇ ਬਹੁਤ ਕਿਰਪਾ ਹੈ, ਕਿਉਂਕਿ ਉਹਨਾਂ ਦੇ ਅੰਦਰ ਹਉਮੈ ਹੋਣ ਕਾਰਨ ਉਹਨਾਂ ਦਾ ਪੈਂਡਾ ਰੁਕਦਾ ਹੈ, ਅਤੇ ਨਾ ਸ਼ੱਕ ਕਰੀਏ ਪੈਸਾ ਹੋ ਨਹੀਂ ਸਕਦਾ, ਜਿਹਦੇ ਹੁਕਮ ਵਿੱਚ ਖੰਡਾ ਬ੍ਰਹਿਮੰਡ ਚੁੱਕੇ ਖੋਏ ਨੇ, ਸਾਰੀ ਧਰਤੀ ਆਕਾਸ਼, ਉਹਦੇ ਹੁਕਮ 'ਚ ਨਿੱਕਾ ਜਿਹਾ ਸਰੀਰ ਨਹੀਂ ਉੱਡ ਕੇ ਕਿਧਰੇ ਜਾ ਸਕਦਾ। ਪਰ ਕੋਈ ਆਪ ਨਹੀਂ ਉਡਾਉਂਦਾ, ਸਤਿਗੁਰੂ ਦੀ ਕੋਈ ਖੇਡ ਸੀ। ਤੋ ਗੱਲ ਕਰ ਰਹੇ ਸਾਂ ਗੁਰੂ ਕੇ ਪਿਆਰਿਓ, ਇਹੋ ਜਿਹੀਆਂ ਅਨੇਕਾਂ। ਇੱਕ ਵਾਰ ਭਾਈ ਮੇਹਰ ਸਿੰਘ ਸਾਹਿਬ, ਤੁਸੀਂ ਇਹੋ ਜਿਹੀ ਗੱਲ ਨਾ ਸੋਚਣਾ ਵੀ ਸਾਰਿਆਂ ਨੂੰ ਸਾਹਿਬ ਕਿਉਂ ਕਹਿ ਰਹੇ ਨੇ, ਸਾਹਿਬ ਦੇ ਪਿਆਰਿਆਂ ਦੀ ਗੱਲ ਕਰੀਏ, ਸੁਭਾਵਿਕ ਹੀ ਉਹਨਾਂ ਦੇ ਨਾਲ ਸਤਿਕਾਰਯੋਗ ਸ਼ਬਦ ਨਿਕਲਦੇ ਨੇ, ਬਸ ਨਹੀਂ।
ਸਰਦਾਰ ਮੇਹਰ ਸਿੰਘ ਜੀ ਜੋ ਸਾਦਕਪੁਰ ਦੇ ਸਨ, ਭਲਾਈ ਸਨ ਡਿਊਟੀ 'ਤੇ, ਉਹਨਾਂ 'ਤੇ ਵੀ ਜਦੋਂ ਕਿਰਪਾ ਹੋਈ, ਬੜੇ ਉਹਨਾਂ ਨੇ ਨਜ਼ਾਰੇ ਦੇਖੇ ਅੰਦਰੋਂ, ਅਤੇ ਨਜ਼ਾਰੇ ਦੇਖ ਕੇ ਕਦੇ ਕਦੇ ਉਹ ਜਿਹੜੇ ਆਤਮਿਕ ਨਜ਼ਾਰੇ ਅਲੋਪ ਹੋ ਜਾਣੇ। ਫਿਰ ਉਹਨਾਂ ਨੂੰ ਹੋਰ ਤਰ੍ਹਾਂ ਲੱਗਣਾ ਵੀ ਇਹ ਕਿਉਂ ਹੋ ਰਿਹਾ। ਕਿਉਂਕਿ ਪਿਆਰਿਓ, ਪੈਸਾ ਗਵਾ ਜਾਣ ਦਾ ਉਹਨਾਂ ਦੁੱਖ ਨਹੀਂ ਹੁੰਦਾ ਜਿੰਨਾ ਕਿਸੇ ਦੇ ਅੰਦਰ ਵਰਤ ਰਹੀ ਮਹਾਰਾਜ ਦੀ ਕਲਾ ਜਦੋਂ ਗਵਾ ਜਾਵੇ ਉਹਨੂੰ ਦੁੱਖ ਲੱਗਦਾ। ਉਹਦਾ ਕੋਈ ਵੈਸੇ ਉਹਦੀ ਤੁਲਨਾ ਹੀ ਨਹੀਂ ਹੋ ਸਕਦੀ, ਉਹ ਕਿੰਨਾ ਕੁ ਦੁੱਖ ਵੱਡਾ ਬਣਦਾ। ਅਤੇ ਜਦੋਂ ਕਿਸੇ ਅੰਦਰ ਕਲਾ ਵਰਤੇ ਉਹਨੂੰ ਜੁੜ ਕੇ ਕਿੰਨਾ ਕੁ ਸੁੱਖ ਮਿਲਦਾ, ਉਹਦਾ ਵੀ ਕੋਈ ਨਹੀਂ ਅੰਦਾਜ਼ਾ ਲਾ ਸਕਦਾ। ਜਦੋਂ ਬਿੰਦਕ ਗਾਲ ਸੁਣੀ, ਥੋੜ੍ਹਾ ਜਿਹਾ ਹੀ ਉਹਦੀ ਕਿਰਪਾ ਹੋ ਜਾਵੇ ਅਤੇ ਕੀ ਕੁਛ ਉਹਦੇ ਬਦਲੇ ਮਿਲਦਾ ਹੈ। ਸਾਹਿਬ ਕਹਿੰਦੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਕਿ ਕਿੰਨਾ ਕੁਝ ਹੀ। ਸਰਦਾਰ ਮੇਹਰ ਸਿੰਘ ਜੀ ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਕਹਿਣ ਲੱਗੇ, ਮੇਹਰ ਸਿਆਂ ਦੇਖ, ਜਦੋਂ ਕਿਸੇ ਨੂੰ ਅਮਲੀ ਬਣਾਉਣਾ ਹੋਵੇ ਨਾ, ਅਤੇ ਬੰਦਾ ਆਪ ਅਮਲ ਖਾਂਦਾ ਅਤੇ ਚਾਹੁੰਦਾ ਵੀ ਅਮਲੀ ਬਣ ਜਾਏ। ਉਹ ਆਪਣੇ ਕੋਲੋਂ ਦਿੰਦਾ ਕੁਝ ਉਹਨੂੰ ਅਮਲ, ਜਦੋਂ ਉਹਨੂੰ ਚੰਗਾ ਲੱਗਦਾ ਲੱਗ ਪੈਂਦਾ ਹੈ, ਅਤੇ ਫਿਰ ਕਹਿੰਦਾ ਲੈ ਭਾਈ ਹੁਣ ਮੈਂ ਥੋੜ੍ਹੀ ਦੇਣਾ, ਉਹਨੂੰ ਆਪਣੇ ਪੈਸਿਆਂ 'ਚ ਲੈ, ਉਹਨੂੰ ਪਤਾ ਹੁਣ ਹਟ ਨਹੀਂ ਸਕਦਾ। ਇਸੇ ਤਰ੍ਹਾਂ ਜਦੋਂ ਕੋਈ ਜਗਿਆਸੂ ਹੁੰਦਾ ਹੈ, ਕਮਾਈ ਵਾਲੇ ਆਪਣੀ ਕਮਾਈ ਵਿੱਚੋਂ ਉਹਨੂੰ ਹਿੱਸਾ ਦੇ ਕੇ ਉਹਦੇ ਅੰਦਰ ਰਸ ਬਣਾਉਂਦੇ, ਉਹਦੇ ਅੰਦਰੋਂ ਧੰਨ ਗੁਰੂ ਗ੍ਰੰਥ ਸਾਹਿਬ ਲਈ ਪਿਆਰ ਤੋਂ ਦੀਆਂ ਬਖਸ਼ਾਂ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜੇ ਕਿਧਰ ਉਹ ਸਮਝ ਲਵੇ ਤੇ ਵੈਸੇ ਹੀ ਹੋ ਗਿਆ ਮੇਰੇ ਕਰਕੇ, ਉਹ ਬਹੁਤਾ ਚਿਰ ਨਹੀਂ ਚੱਲਦਾ, ਚੀਜ਼ਾਂ ਅਲੋਪ ਹੋ ਜਾਣਗੀਆਂ। ਹੁਣ ਤੂੰ ਨਜ਼ਾਰੇ ਦੇਖੇ ਨੇ, ਪਰ ਜੇ ਸਦਾ ਲਈ ਦੇਖਣੇ ਨੇ ਤੇ ਖੁਦ ਕਮਾਈ ਕਰ। ਕਮਾਈ ਨਹੀਂ ਕਰੇਗਾ ਤੇ ਨਹੀਂ। ਮੈਂ ਹੋਰ ਬੇਨਤੀ ਕਰਾਂ, ਹਮੇਸ਼ਾ ਕਰਦਾ ਮੈਂ, ਵਾਰ-ਵਾਰ ਫਿਰ ਕਰਾਂਗਾ। ਅਸੀਂ ਕਿਸੇ ਵੀ ਸਤਿਗੁਰੂ ਦੇ ਪਿਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੋੜਨ ਵਾਲੇ ਕਿਸੇ ਵੀ ਸਾਧੂ ਦੀ ਜਿਹੜੇ ਸੰਗਤ ਕਰਨ ਵਾਲੇ ਵੀਰ ਭੈਣਾਂ ਨਾ, ਸਾਨੂੰ ਖਤਰਾ ਬਹੁਤ ਵਧੇਰੇ ਹੁੰਦਾ ਹੈ ਅਤੇ ਸੱਚਮੁੱਚ ਸਾਡੇ ਤੋਂ ਭੁੱਲਾਂ ਖੁੰਦੀਆਂ ਨੇ। ਮੈਂ ਆਪਣੇ ਆਪ ਨੂੰ ਨਾਲ ਸ਼ਾਮਲ ਕਰ ਰਿਹਾ ਵਾਂ, ਬੁਰਾ ਨਾ ਮਨਾਣਾ। ਕਈ ਵਾਰ ਅਸੀਂ ਖੁਦ ਕਮਾਈਆਂ ਨਹੀਂ ਕਰਦੇ, ਅਸੀਂ ਕੇਵਲ ਆਪਣੇ ਜਿਨ੍ਹਾਂ ਨਾਲ ਸਾਨੂੰ ਮਹਾਰਾਜ ਨੇ ਜੋੜਿਆ ਉਹਨਾਂ ਸਾਧੂਆਂ ਦੀ ਮਹਿਮਾ, ਸਾਖੀਆਂ, ਕਹਾਣੀਆਂ ਬਹੁਤ ਕਰਾਂਗੇ ਵੀ ਉਹਨਾਂ 'ਤੇ ਬਹੁਤ ਕਿਰਪਾ, ਫਲਾਣੇ 'ਤੇ ਕਿਰਪਾ। ਪਿਆਰਿਓ, ਕੁਝ ਨਹੀਂ ਬਣਨਾ ਇਹ ਗੱਲਾਂ ਕਹਿ ਕੇ ਜਿੰਨਾ ਚਿਰ ਖੁਦ ਨਹੀਂ ਉਹ ਕਿਰਪਾ ਦਾ ਸਵਾਦ ਮਾਣਦੇ। ਖੁਦ ਨੂੰ ਕਰਨਾ ਪਵੇਗਾ ਤਾਂ ਉਹ ਪਿਆਰ ਸੱਚਾਈ, ਤਾਂ ਹੀ ਕੋਈ ਕਹੇਗਾ। ਨਹੀਂ ਤੇ ਮੇਰੇ ਵਰਗਿਆਂ ਨੂੰ ਵੇਖ ਕੇ ਕਹੇਗਾ ਨਾ, ਗੱਲਾਂ ਤੇ ਬ੍ਰਹਮ ਗਿਆਨੀਆਂ ਦਾ ਕਰਦਾ ਏ, ਪਰ ਤੇਰੇ ਕੋਲੋਂ ਤੇ ਹੰਕਾਰ ਦੀ ਬਦਬੂ, ਦੁਨੀਆਦਾਰ ਇਹ ਵਾਲੀ ਖਵਾ ਆ ਰਹੀ ਹੈ। ਨਹੀਂ, ਇਹਦੇ ਕੋਲੋਂ ਵੀ ਉਹ ਖੁਸ਼ਬੂ ਆਵੇ ਤਾਂ ਭਲਾ ਕਹਿ। ਸਾਹਿਬ ਕਹਿੰਦੇ ਨੇ ਨਾ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪਣਾ ਕਾਰਜ ਆਪ ਸਵਾਰੀਏ। ਆਪ ਸਵਾਰਨ ਲਈ ਆਪੇ ਦੀ ਪੜਚੋਲ ਕਰਨੀ ਪੈਂਦੀ। ਆਪੇ ਦੀ ਪੜਚੋਲ ਦਾ ਮਤਲਬ ਆਪੇ ਦਾ ਧਿਆਨ ਧਰ ਬੰਦਗੀ ਕਰਨੀ ਪੈਂਦੀ। ਨਿਜ ਪਦ ਉੱਪਰ ਲਾਗੋ ਧਿਆਨ। ਮਹਾਰਾਜ ਜੀ ਨੇ ਕਿਰਪਾ ਕੀਤੀ, ਸਰਦਾਰ ਮੇਹਰ ਸਿੰਘ ਜੀ ਨੂੰ ਨਹੀਂ, ਸਾਨੂੰ ਸਭਨਾਂ ਨੇ ਕਿਹਾ। ਇੱਕ ਵਾਰ ਮੜਿਆਲੇ ਜਾ ਰਹੇ ਸਨ, ਘਰ ਤੋਂ ਜਾ ਰਹੇ ਸੀ, ਸਮਾਗਮ ਸੀ, ਅਤੇ ਉੱਧਰ ਸਰਦਾਰ ਸੁਰਜੀਤ ਸਿੰਘ ਜੀ ਨਾਲ ਤੁਰੇ ਜਾਂਦੇ ਸੀ। ਸੜਕ 'ਤੇ ਖੁਰ ਕੀ ਮੌਜ ਆਈ, ਉਹਨੇ ਕਹਿੰਦੇ ਉੱਪਰ ਆਕਾਸ਼ ਵੱਲ ਵੇਖ, ਦੇਖ ਉੱਪਰ ਪਰੀਆਂ ਕੀਰਤਨ ਕਰ ਰਹੀਆਂ ਨੇ। ਰੋਜ਼ ਪੜ੍ਹਦਾ ਹੈ ਨਾ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਉਹਨੇ ਜਦੋਂ ਉੱਪਰ ਨਿਗਾਹ ਮਾਰੀ ਅਤੇ ਬੜਾ ਹੀ ਪਿਆਰਾ ਕੀਰਤਨ, ਉਹਨੂੰ ਸਾਰਾ ਕੁਝ ਨਜ਼ਰ ਆ ਰਿਹਾ ਸੀ। ਬੜੇ ਆਨੰਦ ਵਿੱਚ ਤੁਰੇ ਤੁਰੇ ਜਾਂਦਿਆਂ ਉਹਨਾਂ ਚਿਰ ਕਹਿੰਦੇ ਸਰਦਾਰ ਬਚਨ ਸਿੰਘ ਨੂੰ ਕੰਮ ਸਿਓ ਪਿੱਛੋਂ ਆ ਰਿਹਾ ਸੀ ਭੱਜ ਕੇ, ਉਹਨੇ ਆਵਾਜ਼ ਮਾਰੀ, ਨੇ ਸੁਣੀ। ਇਹਨਾਂ ਨੇ ਫਿਰ 2-4 ਵਾਰੀ ਜਦੋਂ ਆਵਾਜ਼ਾਂ ਮਾਰੀਆਂ, ਬੋਲਣੇ ਪੈ ਤੋਂ ਨਜ਼ਾਰਾ ਅਲੋਪ ਹੋ ਗਿਆ। ਪਿਆਰਿਓ, ਗੱਲ ਕੀ ਹੈ, ਹਰ ਗੱਲ ਜਿਹੜੀ ਉਹਦੇ 'ਚ ਰਮਜ ਹੁੰਦੀ ਹੈ। ਸਾਧੂ ਲੋਕ ਪਿਆਰ ਵਾਲਿਆਂ ਨੂੰ ਚੀਜ਼ਾਂ ਤਾਂ ਦਿਖਾਉਂਦੇ ਨੇ ਤਾਂ ਕਿ ਸਾਡਾ ਹੋਰ ਉਤਸ਼ਾਹ ਬਣੇ, ਪਿਆਰ ਬਣੇ, ਅਸੀਂ ਵੀ ਮਹਾਰਾਜ ਨਾਲ ਜੁੜੀਏ। ਦੂਸਰਾ, ਜਦੋਂ ਕੋਈ ਇਸ ਰਾਹ 'ਤੇ ਤੁਰ ਰਿਹਾ ਹੁੰਦਾ ਹੈ ਅਤੇ ਉਹਦੇ ਨਾਲ ਗੱਲ ਕਰਨ ਲੱਗਿਆ ਸਾਨੂੰ
ਸੰਕੋਚ ਕਰਨਾ ਚਾਹੀਦਾ ਹੈ। ਖੁਰੇ ਇਹ ਤੁਰਿਆ ਜਾਂਦਾ ਕਿਹੜੇ ਰੰਗ ਵਿੱਚ, ਖੁਰਿਆ ਜੇ ਨਿਤਨੇਮ ਕਰਦਾ ਅੰਦਰੋਂ ਸਤਿਗੁਰੂ ਨੂੰ ਕਿਹੜਾ ਨਿਤਨੇਮ ਕਰਾ ਰਹੇ ਨੇ। ਖੁਰਿਆ ਜੇ ਵਾਹਿਗੁਰੂ ਵਾਹਿਗੁਰੂ ਕਹਿੰਦਾ ਕਿਹੜੀ ਸਤਿਗੁਰੂ ਦੀ ਖੇਡ ਵੇਖ ਰਿਹਾ ਏ। ਪਰ ਜੇ ਜਾਗਾਂਗੇ ਤੇ ਬੋਲਣ ਲੱਗਿਆਂ ਵੀ ਸੋਚ ਕੇ ਕਿਸੇ ਨੂੰ ਬੁਲਾਵਾਂਗੇ ਪਿਆਰਿਓ, ਤੇ ਖੁਦ ਤੇ ਵੀ ਪਹਿਰਾ ਦੇਵਾਂਗੇ। ਬਹੁਤ ਕੁਝ ਹੈ। ਮਹਾਂਪੁਰਖ ਕਿਆ ਕਰਦੇ ਸਨ, 3 ਚੀਜ਼ਾਂ ਦਾ ਸੁਮੇਲ ਕਰੋਗੇ ਤੇ ਸਿਮਰਨ ਹੋ ਸਕਦਾ, ਸ਼ਬਦ ਦਾ, ਸੁਰਤੀ ਦਾ ਤੇ ਹਵਾ ਦਾ। ਹਵਾ ਸਵਾਸ, ਸੁਰਤੀ ਨੂੰ ਜਿਹੜਾ ਏ ਉਹਨੂੰ ਰੋਕਣਾ, ਸਵਾਸਾਂ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਸ਼ਬਦ ਵਾਹਿਗੁਰੂ ਹੈ। ਸਵਾਸਾਂ ਨੂੰ ਨਾਲ ਕਰਨਾ, ਸਵਾਸਾਂ ਦੇ ਗੁਰੂ ਗੁਰੂ, ਜਿਵੇਂ ਸਵਾਸ ਚੱਲਦੇ ਸੁੱਤੇ ਸਿੱਧ ਦੇ ਨਾਲ ਵਾਹਿਗੁਰੂ ਚੱਲੇ। ਹਵਾ ਵੀ ਹੈ, ਸ਼ਬਦ ਵੀ ਤੇ ਸੁਰਤੀ ਵੀ ਹੋਵੇ ਤੇ ਤਾਂ ਫਿਰ ਉਹਨਾਂ ਦੀ ਕਿਰਪਾ ਹੁੰਦੀ ਹੈ, ਸਿਮਰਨ ਹੁੰਦਾ ਤੇ ਅਗਲੀਆਂ ਕਲਾ ਵਰਤਦੀਆਂ ਨੇ। ਗੁਰੂ ਕੇ ਪਿਆਰਿਓ, ਜਦੋਂ ਨਾ ਇੱਕ ਵਾਰ ਹੋਇਆ ਕਿ ਸਰਦਾਰ ਬਖਸ਼ੀਸ਼ ਸਿੰਘ ਜੀ ਦਮਦਮੀ ਟਕਸਾਲ ਦੇ ਸੰਤ ਸਿੰਘ, ਉਹ ਬਾਬਾ ਜੀ ਕੋਲ ਬੈਠੇ ਸਨ, ਕਰਤਾਰ ਸਿੰਘ ਜੀ ਖੁਰਾਂ ਦੇ ਕੋਲ, ਬਰਿਆਰਾਂ ਵਾਲਿਆਂ ਦੇ। ਉਹ ਤਾਂ ਕਹਿਣਾ ਪੈਂਦਾ ਵੀ ਇੱਕੋ ਸਮੇਂ ਹੀ ਪਹਿਲਾਂ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡ ਰਾਹ ਵਾਲੇ ਅਤੇ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਇੱਕੋ ਸਮੇਂ ਹੋਏ ਤੇ ਆਪਸ 'ਚ ਪਿਆਰ ਵੀ ਸੀ। ਬਾਅਦ ਵਿੱਚ ਟਕਸਾਲ ਦੇ ਮੁਖੀ ਸਨ ਬਾਬਾ ਜਰਨੈਲ ਸਿੰਘ ਜੀ ਬਣੇ। ਉਹਨਾਂ ਨੂੰ ਬਣਾਉਣ ਦੀ ਸੇਵਾ ਵੀ ਬਰਿਆਰਾਂ ਵਾਲਿਆਂ ਦੇ ਰਾਹੀਂ ਹੀ ਮਹਾਰਾਜ ਨੇ ਦਵਾਈ ਸੀ। ਬਾਬਾ ਠਾਕੁਰ ਸਿੰਘ ਸਾਹਿਬ ਵੀ ਬਹੁਤ ਸਤਿਕਾਰ ਕਰਦੇ ਸਨ ਬਰਿਆਰਾਂ ਵਾਲਿਆਂ ਦਾ, ਬਹੁਤ ਵਧੇਰੇ। ਮੈਂ ਬੇਨਤੀ ਕਰਨ ਲੱਗਾ ਸੀ ਗੁਰੂ ਕੇ ਪਿਆਰਿਓ, ਭਾਈ ਬਾਬਾ ਕਰਤਾਰ ਸਿੰਘ ਜੀ ਉਹ ਕੀ ਸਨ ਅਤੇ ਕਿਵੇਂ ਕਿਵੇਂ ਉਹਨਾਂ ਦੇ ਰਾਹੀਂ ਜਿਹੜੀਆਂ ਖੇਡਾਂ ਵਰਤਦੀਆਂ ਸਨ ਉਹ ਬਹੁਤ ਉੱਚੀਆਂ ਸੀ, ਬਹੁਤ ਉੱਚੀਆਂ, ਬੜਾ ਕੁਝ ਸੀ। ਖੈਰ, ਇੱਕ ਬਚਨ ਤੋਂ ਬਾਅਦ ਕਈ ਬਚਨ ਜਦੋਂ ਚੇਤਾ ਆਉਂਦੇ ਨੇ ਤੇ ਗੱਲ ਰੁਕਦੀ ਰੁਕਦੀ, ਮਾਫ ਕਰਿਓ। ਇੱਕ ਦਿਨ ਬਾਬਾ ਠਾਕੁਰ ਸਿੰਘ ਜੀ ਬਾਬਾ ਕਰਤਾਰ ਸਿੰਘ ਜੀ ਖੁਰਾਂ ਦਾ ਪਤਾ ਲੈਣ ਗਏ। ਬਿਮਾਰ ਸੀ, ਢਿੱਲੇ ਸੀ, ਨਾਲ ਉਹਨਾਂ ਦੇ ਕੁਝ ਸਿੰਘ ਸਨ, ਭੁਜੰਗੀ ਸਿੰਘ ਹੋਰ। ਜਦੋਂ ਪਤਾ ਲੈਣ ਗਏ ਤੇ ਇਹ ਬ੍ਰਹਮ ਗਿਆਨੀਆਂ ਦੀਆਂ ਉਹ ਜਾਣਨ, ਜਾਗ ਕੇ ਕਹਿਣ ਲੱਗੇ ਵੀ ਸਰੀਰ ਬਾਰੇ ਪੁੱਛਿਆ। ਬਰਿਆਰਾਂ ਵਾਲਿਆਂ ਨੇ ਆਪਣਾ ਮੂੰਹ ਖੋਲ੍ਹਿਆ, ਆਲੇ ਦੁਆਲੇ ਸੋਚਿਆ ਵੀ ਮੂੰਹ ਦੀ ਕੋਈ ਤਕਲੀਫ ਉਹ ਸ਼ਾਇਦ ਦਿਖਾ ਰਹੇ ਨੇ। ਪਰ ਬਾਬਾ ਠਾਕੁਰ ਸਿੰਘ ਜੀ ਨੂੰ ਕੀ ਨਜ਼ਰ ਆਇਆ, ਉਹ ਇੱਕਦਮ ਪੂਰੇ ਵਿਸਮਾਦ ਵਿੱਚ ਆ ਕੇ ਨਾਲ ਦੇ ਜਿਹੜੇ ਸਿੰਘ ਸੀ ਕਹਿੰਦੇ, ਪੁਚੰਗੀਓ ਦੇਖੋ, ਜੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ ਜੇ ਤੇ ਕਰ ਲਓ ਰੱਜ ਕੇ। ਉਹ ਮੂੰਹ ਵਿੱਚੋਂ ਕੀ ਦਿਖਾ ਦਿੱਤਾ ਹੈ। ਗੁਰੂ ਕੇ ਪਿਆਰਿਓ, ਇਹ ਬਾਬਾ ਠਾਕੁਰ ਸਿੰਘ ਜੀ ਜਾਣਨ ਜਾਂ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਜਾਣਨ, ਉਹਨਾਂ ਨੇ ਕੀ ਦਿਖਾ ਦਿੱਤਾ। ਫਿਰ ਉਹਨੂੰ ਇੱਕਦਮ ਬ੍ਰਹਮ ਗਿਆਨੀ ਨਜ਼ਰ ਆਏ ਅਤੇ ਭੁਜੰਗੀਆਂ ਨੂੰ ਵੀ ਬ੍ਰਹਮ ਗਿਆਨੀਆਂ ਦੇ ਉਹ ਦਰਸ਼ਨ ਕਰਾਉਣਾ ਚਾਹੁੰਦੇ ਸੀ। ਮਹਾਰਾਜ ਦੀ ਕਿੰਨੀ ਕਿਰਪਾ ਹੋਏਗੀ। ਇੱਕ ਵਾਰ ਜਥਾ ਕਲਕੱਤੇ ਸੀ, ਸੰਤ ਜਰਨੈਲ ਸਿੰਘ ਜੀ ਪਿੰਡ ਵਾਲਿਆਂ ਕੋਲ ਸੇਵਾ ਸੀ ਅਤੇ ਉਦੋਂ ਨਾਲ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਵੀ ਨਾਲ ਨਾਲ ਜਥੇ ਦੇ ਚੱਲ ਰਹੇ ਸਨ। ਅਤੇ ਜਥੇਦਾਰ ਰਾਮ ਸਿੰਘ ਜੀ ਸੁਲਤਾਨਪੁਰ ਵਾਲੇ ਅਤੇ ਭਾਈ ਰਾਮ ਸਿੰਘ ਜੀ ਰਾਗੀ ਸਿੰਘ, ਜਿਹੜੇ ਬੜਾ ਪਿਆਰਾ ਕੀਰਤਨ ਕਰਿਆ ਕਰਦੇ ਸਨ। ਅੱਜ ਕੱਲ੍ਹ ਤੇ ਉਹ ਹੋਰ ਕੀਰਤਨ ਦੇ ਰਾਹੀਂ ਪੋਲੀਟਿਕਸ, ਸਿਆਸਤ ਵਿੱਚ ਉਹਨਾਂ ਦੀਆਂ ਫੋਟੋ ਵੇਖੀ ਦੀਆਂ ਨੇ। ਅਤੇ ਤੀਸਰੇ ਸਨ ਭਾਈ ਅਮਰੀਕ ਸਿੰਘ ਜੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ, ਵੱਡੇ ਸੰਤਾਂ ਦੇ ਬੇਟੇ। ਜਦੋਂ ਇਹਨਾਂ ਨੇ ਨਾ, ਉਧਰ ਇੱਕ ਮਹਾਂਪੁਰਖ ਸਨ ਉਸ ਇਲਾਕੇ ਵਿੱਚ, ਬੜੀ ਭਜਨ ਮੰਦਗੀ, ਉਹਨਾਂ ਕੋਲ ਅਕਸਰ ਸਿੰਘ ਜਾਂਦੇ ਰਹਿੰਦੇ ਸੀ। ਇਹ ਚਲੇ ਗਏ ਤਿੰਨੇ ਹੋਰ ਕੁਝ ਲੈ ਕੇ। ਉਹਨਾਂ ਨੂੰ ਕਹਿੰਦੇ, ਮਹਾਂਪੁਰਖੋ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਸਿਮਰਨ ਦੀ ਜੁਗਤੀ ਦੱਸੋ ਕੋਈ। ਕਹਿਣ ਲੱਗੇ, ਸਿਮਰਨ ਤੇ ਤੁਹਾਡੇ ਨਾਲ ਤੁਰਿਆ ਫਿਰਦਾ, ਤੁਸੀਂ ਸਾਨੂੰ ਪੁੱਛਦੇ ਫਿਰਦੇ ਹੋ। ਇਹ ਕਹਿਣ ਲੱਗੇ ਵੀ ਸਾਡੇ ਨਾਲ ਕਿਹੜਾ ਤੁਰਿਆ ਫਿਰਦਾ। ਮਹਾਂਪੁਰਸ਼ੋ ਸਾਨੂੰ ਦੱਸੋ, ਸਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਣਾ। ਕਹਿੰਦੇ ਫੌਜੀ ਸਾਹਿਬ ਨੇ ਨਾ, ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਨੂੰ ਪੁੱਛੋ ਤੇ ਨਾਲ ਤੁਰੇ ਫਿਰਦਾ ਸਿਮਰਨ। ਅੱਛਾ, ਕਹਿਣ ਲੱਗੇ ਫੌਜੀ ਕਿਹੜੇ ਖੋਏ, ਕਿਉਂਕਿ ਬਾਬਾ ਕਰਤਾਰ ਸਿੰਘ ਜੀ ਪਹਿਲਾਂ ਫੌਜ ਵਿੱਚ ਸੀ ਨਾ, ਇਹਨਾਂ ਨੂੰ ਫੌਜੀ ਵੀ, ਪਾਪਾ ਜੀ ਵੀ,
ਜੋ ਕਿਸੇ ਦੇ ਅੰਦਰ ਅਗੋਂ ਭਾਵਨਾ ਸੀ ਅਗੋਂ ਬਣਦੀ ਗਈ। ਫਿਰ ਆਏ, ਆ ਕੇ ਇਹਨਾਂ ਨੇ ਫਿਰ ਬੇਨਤੀ ਕੀਤੀ, ਜੀ ਤੁਸੀਂ ਸਿਮਰਨ ਸਾਡੇ ਨਾਲ ਤੁਰੇ ਫਿਰਦੇ, ਏਡੀ ਉੱਚੀ ਅਵਸਥਾ, ਪਿਓ ਮਹਾਤਮਾ ਤੁਹਾਡੇ ਬਾਰੇ ਕਹਿ ਰਹੇ ਤੇ ਤੁਸੀਂ ਕਿੰਨੇ ਉੱਚੇ ਹੋ ਗਏ। ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੂੰ ਚੰਗਾ ਨਹੀਂ ਲੱਗਾ ਭਈ ਇਹ ਅੰਦਰ ਨੂੰ ਇਸ ਢੰਗ ਵਿੱਚ ਪ੍ਰਗਟ ਉਹਨਾਂ ਨੇ ਕੀਤਾ ਹੈ, ਠੀਕ ਨਹੀਂ। ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਨੂੰ ਬੇਨਤੀ ਕੀਤੀ, ਜੀ ਮੈਨੂੰ ਹੁਣ ਆਗਿਆ ਦੇ ਦਿਓ, ਨਹੀਂ ਤਾਂ ਸਾਰਿਆਂ ਨੇ ਇੱਧਰ ਹੀ ਹੋ ਜਾਣਾ ਹੈ ਵੀ ਇਹ ਪੁੱਛਣਗੇ ਦੱਸਣਗੇ ਬ੍ਰਹਮ ਗਿਆਨੀ ਫਲਾਣਾ ਬਹੁਤ ਕੁਝ, ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਮਹਾਰਾਜ ਦਾ ਕੀ ਹੁਕਮ ਹੈ, ਕਿੰਨਾ ਕੁ ਛਿਪ ਕੇ ਰਹਿਣਾ ਅਤੇ ਕਿੰਨਾ ਕੁ ਪ੍ਰਗਟ ਹੋਣਾ। ਅਸੀਂ ਇਹ ਨਾ ਅੰਦਾਜ਼ਾ ਲਾਈਏ ਇੱਕ ਪਾਸੇ ਤੇ ਖੁੱਲ੍ਹਾ ਪਰੀਆਂ ਦੇ ਦਰਸ਼ਨ ਕੀਰਤਨ ਸੁਣਾ ਰਹੇ ਨੇ ਅਤੇ ਦੂਜੇ ਪਾਸੇ ਇੱਕ ਸਿੰਘ ਕਹਿ ਦੇ ਤੇ ਲੁਕਣਾ ਚਾਹੁੰਦੇ ਨੇ। ਇਹਨਾਂ ਦੀਆਂ ਖੇਡਾਂ ਉਹ ਜਾਣਨ ਕਿੱਥੇ ਹੁਕਮ ਹੈ ਤੇ ਕਿੱਥੇ ਨਹੀਂ। ਇਹ ਹੁਕਮ ਦੇਣ ਵਾਲਾ ਜਾਣਦਾ ਹੈ, ਜਿਹੜੇ ਹੁਕਮ ਮੰਨਦੇ ਨੇ, ਜਿਨ੍ਹਾਂ ਨੂੰ ਮੰਨਦਾ ਉਹਨਾਂ ਨੂੰ ਪਤਾ ਹੈ। ਉਹਦਾ ਸੁਭਾਅ ਹੈ, ਖਿਨ ਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ, ਰੂੜ ਗੂੜ ਗੈਰ ਗੰਭੀਰ ਊਚੋ ਅਗਮ ਅਪਾਰੇ। ਉਹ ਖਿਨ ਖਿਨ ਬਦਲਦਾ ਹੈ, ਉਹਦਾ ਬਦਲਣਾ ਹੀ ਤਾਂ ਇਹ ਸਾਰੀ ਕੁਦਰਤ ਚੰਗੀ ਲੱਗਦੀ ਹੈ। ਜੋ ਬਦਲੇ ਹੀ ਨਾ ਤੇ ਪਿਆਰਿਓ ਇਹ ਦੁਨੀਆ ਉਦਾਸ ਹੋ ਜਾਵੇ। ਇਹ ਉਹਦੀ ਖੇਡ ਹੈ ਨਾ, ਕਦੇ ਪਤਝੜ ਕਦੇ ਬਸੰਤ, ਕਦੇ ਬਚਪਨੇ ਦੇ ਹਾਸੇ ਖੇਡੇ ਤੇ ਕਦੇ ਬੁਢਾਪੇ ਦੇ ਦ੍ਰਿਸ਼ ਦਿਖਾਉਂਦਾ ਹੈ। ਇਹ ਉਹਦੀ ਮੌਜ ਹੈ, ਕਦੇ ਪੱਤਿਆਂ ਦੇ ਰੰਗ ਹਰੇ ਨੇ, ਕਦੇ ਪੀਲੇ ਨੇ, ਕਦੇ ਲਾਲ ਨੇ, ਕਈ ਤਰ੍ਹਾਂ ਦੇ ਖਿੜਦੇ ਬਦਲਾਓ। ਉਹਦਾ ਬਦਲਾਓ ਭਲਾ ਕਰਤਾ ਹੈ। ਸਤ ਸੰਗਿਓ ਆ ਗਏ, ਪਰ ਮਹਾਰਾਜ ਦੀ ਕਿਰਪਾ ਨਾਲ ਨਾ ਇੱਕ ਹੋਰ ਜਦੋਂ ਬਚਨ ਚੱਲਦੇ ਨੇ ਤੇ ਹੈਰਾਨ ਖੋਈਦਾ ਏ। ਸਾਡੇ ਲਈ ਜਾਚਾਂ ਸਿਖਾਉਂਦੇ ਸੀ ਨਾ। ਇੱਕ ਵਾਰ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਮਿਲਣਾ ਸੀ ਤੇ ਇਹਨਾਂ ਦੇ ਬਰਿਆਰਾਂ ਵਾਲਿਆਂ ਦੇ ਅੰਦਰ ਆ ਕੇ ਉਹਨਾਂ ਨੂੰ ਇੱਕ ਪਲੰਗ ਸੋਹਣਾ ਜਿਹਾ ਭੇਟ ਕਰੀਏ ਜਿਹਦੇ 'ਤੇ ਉਹ ਬੈਠਣ। ਉਹਨੂੰ ਬਹੁਤ ਸ਼ਰਧਾ ਨਾਲ ਜਿਹੜਾ ਪਲੰਗ ਤਿਆਰ ਕਰਵਾਇਆ ਸੀ ਉਹ ਭੇਟ ਕੀਤਾ, ਚੰਗੀ ਤਰ੍ਹਾਂ ਉਹਦੀ ਸੇਵਾ ਕੀਤੀ ਪਹਿਲਾਂ ਆਪ। ਅਤੇ ਜਦੋਂ ਉੱਥੇ ਪਹੁੰਚਿਆ ਮਹਾਂਪੁਰਖਾਂ ਨੂੰ ਕਿਹਾ ਜਿਸ ਪਲੰਗ 'ਤੇ ਬੈਠੋ। ਸੰਤ ਕਰਤਾਰ ਸਿੰਘ ਜੀ ਪਿੰਡ ਵਾਲੇ ਵੀ ਜਾਣਦੇ ਸੀ ਇਹ ਪਲੰਗ ਕੌਣ ਭੇਟ ਕਰ ਰਿਹਾ, ਕਿਹੜੀ ਸੰਗਤ ਕਰ ਰਹੀ ਹੈ, ਇਹਦੇ ਮਗਰ ਕੀ ਕੀ ਚੀਜ਼ਾਂ ਆ ਰਹੀਆਂ ਨਜ਼ਰ। ਉਹ ਬੈਠੇ ਨਹੀਂ। ਸਿੰਘਾਂ ਨੂੰ ਕਿਹਾ ਪਹਿਲਾਂ 21 ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰੋ, ਫਿਰ ਅਸੀਂ ਇਹਦੇ ਉੱਪਰ ਬੈਠਾਂਗੇ। ਅਦਬ ਸਤਿਕਾਰ ਟਕਸਾਲ ਨਾਲ ਬਹੁਤ ਵਧੇਰੇ ਪਿਆਰ ਸੀ ਗੁਰੂ ਕੇ ਪਿਆਰਿਓ। ਇਸ ਕਰਕੇ ਕਾਫੀ, ਕਿਉਂਕਿ ਰਾਹ ਇੱਕੋ ਹੈ, ਮਹਾਰਾਜ ਨੇ ਸੇਵਾ ਵੀ ਲਈ ਇਕੱਠਿਆਂ। ਇੱਕ ਵਾਰੀ ਇਹੋ ਜਿਹਾ ਵੀ ਸਬੱਬ ਬਣਿਆ, ਇੱਕ ਸਰਦਾਰ ਧੰਨਾ ਸਿੰਘ ਜੀ ਨੂੰ 5 ਬਦਾਮਾਂ ਦੀਆਂ ਗਿਰੀਆਂ ਤੇ 1 ਰੁਪਈਆ ਦੇ ਕੇ ਸੰਤ ਜਰਨੈਲ ਸਿੰਘ ਜੀ ਨੂੰ ਘੱਲਿਆ, ਉਹਨਾਂ ਨੂੰ ਦਿਓ। ਪੁੱਛਦੇ ਨੇ ਮਹਾਂਪੁਰਖੋ ਇਹਨਾਂ ਦਾ ਕੀ ਮਤਲਬ? ਕਹਿੰਦੇ ਮਤਲਬ ਨਹੀਂ ਤੁਸੀਂ ਸਮਝਣਾ, ਤੁਸੀਂ ਦੇਖ ਕੇ ਆਓ, ਉਹ ਆਪੇ ਦੱਸਣਗੇ ਜਾਂ ਨਾ। ਉਹਨਾਂ ਦੀ ਮੌਜ ਗਏ। ਉਹਨਾਂ ਭੇਟਾ ਕੀਤੀ ਜਦੋਂ ਨਸ਼ਹਿਰੇ ਸਨ, ਉਦੋਂ ਬਾਬਾ ਜਰਨੈਲ ਸਿੰਘ ਜੀ ਜਦੋਂ ਦਿੱਤੇ ਜਾ ਕੇ ਬਰਿਆਰ ਵਾਲਿਆਂ ਨੇ ਆ ਦਿੱਤਾ ਤੇ ਕਹਿਣ ਲੱਗੇ ਠੀਕ ਹੈ। ਜਦੋਂ ਹੀ ਬਦਾਮਾਂ ਦੀਆਂ 5 ਗਿਰੀਆਂ ਵੇਖੀਆਂ ਤੇ 1 ਰੁਪਈਆ ਤੇ ਉਹ ਨੇਤਰ ਬੰਦ ਕਰਕੇ ਵੇਖਿਆ ਤੇ ਵਿਸਮਾਦ ਵਿੱਚ ਆਏ, ਬੈਰਾਗ ਵਿੱਚ ਵੀ ਆਏ ਤੇ ਕਹਿਣ ਲੱਗੇ ਜੀ ਬਹੁਤ ਭਲਾ ਹੈ। ਕਹਿਣ ਲੱਗੇ ਸਾਨੂੰ ਵੀ ਕੋਈ ਦੱਸੋ ਜੀ ਇਹਦੇ 'ਚ ਕੀ ਰਾਜ ਸੀ? ਕਹਿੰਦੇ ਰਾਜ ਇਹ ਸੀ, ਉਹਨਾਂ ਦਾ ਪ੍ਰਤੀਕ ਹੈ ਜਿਹੜੀ ਕਮਾਈ ਕਰ ਰਹੇ ਸਾਂ ਸਤਿਗੁਰੂ ਨੇ ਪ੍ਰਵਾਨ ਕੀਤੀ ਹੈ। 5 ਵਿਕਾਰਾਂ 'ਤੇ ਉਹਨਾਂ ਦੀ ਕਿਰਪਾ ਨਾਲ ਫਤਿਹ ਪੈ ਗਈ ਹੈ। 1 ਰੁਪਈਏ ਦਾ ਮਤਲਬ ਆਪਣੇ ਨਾਲ ਉਹਨਾਂ ਨੇ ਇੱਕ ਮਿੱਤਤਾ ਬਖਸ਼ੀ ਹੈ। ਪਿਆਰਿਓ ਇਸ਼ਾਰੇ ਹੁੰਦੇ ਨੇ ਤਾਂ ਕਿ ਦੂਸਰਿਆਂ ਲਈ ਵੀ ਇਹ ਭਲਾ ਹੋਵੇ। ਉਹਦੇ ਤੋਂ ਸੇਧਾਂ ਮਿਲਦੀਆਂ ਨੇ, ਸੇਧਾਂ ਰਾਹ ਮਿਲਦੇ ਨੇ ਗੁਰੂ ਕੇ ਪਿਆਰਿਓ। ਮਹਾਰਾਜ ਦੀ ਕਿਰਪਾ ਨਾਲ ਨਾ ਇੱਕ ਵਾਰ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਨੇ, ਇਹ ਤਾਂ ਆਪਾਂ ਜਾਣਦੇ ਭਲਾਈ ਤੋਂ ਮਹਾਰਾਜ ਨੇ ਸ਼ੁਰੂਆਤ ਕਰਾਈ ਸੰਗਤ ਦੀ। ਭਲਾਈ ਦੀ ਸੰਗਤ ਨਾਲ ਉਚੇਚਾ ਉਦੋਂ ਵੀ ਪਿਆਰ ਸੀ
1982 ਤੱਕ ਤੇ ਅੱਜ ਵੀ ਓਨਾ ਹੀ ਪਿਆਰ ਹੈ। ਮਹਾਰਾਜ ਦੀ ਕਿਰਪਾ ਹੁੰਦੀ ਹੈ। ਜਿਵੇਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੂੰ ਉਚੇਚੀ ਲੁਬਾਣਾ ਬਰਾਦਰੀ ਦੀ ਸੇਵਾ ਮਿਲੇ, ਪਰ ਇੱਥੇ ਉਚੇਚੀ ਭਲਾਈ ਤੋਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਸੇਵਾ ਸ਼ੁਰੂ ਕਰਵਾਈ ਸੀ। ਬਾਕੀ ਜਗ੍ਹਾ 'ਤੇ ਵੀ ਕਿਰਪਾ ਹੋਈ, ਪਰ ਇਹ ਮਹਾਰਾਜ ਦਾ ਹੁਕਮ ਹੈ ਨਾ, ਕਿੰਨਾ ਕਿੰਨਾ ਰੂਹਾਂ ਦਾ ਭਲਾ ਕਰਨਾ, ਕਿਵੇਂ ਕਰਨਾ, ਕਿਵੇਂ ਕਰਾਉਣਾ। ਤੋ ਗੱਲ ਕਰ ਰਹੇ ਸਾਂ, ਮਹਾਰਾਜ ਨੇ ਮਿਹਰ ਕੀਤੀ। ਇੱਕ ਵਾਰ ਨਾ ਪੱਟੇ ਪਿੰਡ ਸਰਦਾਰ ਪਿਆਰਾ ਸਿੰਘ ਦੇ ਖੂਹ 'ਤੇ ਉਹਨਾਂ ਦਾ ਬਚਨ ਸੀ ਵੀ 40 ਦਿਨ ਅਭਿਆਸ ਕਰਨਾ ਹੈ ਅਤੇ ਕਿਸੇ ਨੂੰ ਮਿਲਣਾ ਵੀ ਨਹੀਂ। ਡਿਊਟੀ ਵੀ ਲਾਈ ਸੀ ਵੱਖ ਵੱਖ, ਕਿੰਨੇ ਪ੍ਰਸ਼ਾਦ ਪਾਣੀ ਛਕਾਉਣਾ ਹੈ ਅਤੇ ਕਿੰਨੇ ਪਹਿਰਾ ਦੇਣਾ ਹੈ, ਸਾਰੀਆਂ ਡਿਊਟੀਆਂ ਲਾਇਆ ਕਰਦੇ ਸਨ ਪਿਆਰ ਨਾਲ। ਅਤੇ ਉੱਥੇ ਵੀ 40 ਦਿਨ ਤੱਕ ਬਚਨ ਕਰਦੇ ਸਨ ਵੀ ਅਭਿਆਸੀ ਨੂੰ ਚੰਗੇ ਪਹਿਲਵਾਨ ਜਿੰਨੀ ਖੁਰਾਕ ਚਾਹੀਦੀ ਹੈ। ਜ਼ੋਰ ਲੱਗਦਾ ਹੈ ਬਹੁਤ। ਜਿਹੜੇ ਖੁਰਾਕ ਦਾ ਧਿਆਨ ਨਹੀਂ ਕਰਦੇ ਅਭਿਆਸੀ, ਅਕਸਰ ਉਹ ਸਰੀਰਾਂ ਦਾ ਨੁਕਸਾਨ ਕਰਾ ਬੈਠਦੇ ਨੇ। ਇਹ ਵੀ ਜ਼ਰੂਰੀ ਹੈ। ਖੁਰਾਕ ਵੀ ਉਹ ਹੋਵੇ ਜਿਹੜੀ ਮਦਦ ਕਰੇ, ਉਹ ਨਹੀਂ ਜਿਹੜੀ ਖੁਰਾਕ ਸਰੀਰ ਨੂੰ ਉਲਟਾ ਖਰਾਬ ਕਰੇ। ਤੋ ਇੱਥੇ ਬੈਠ ਕੇ ਵੀ ਬਹੁਤ ਮਹਾਰਾਜ ਜੀ ਦੀ ਕਿਰਪਾ ਵਰਤੀ। ਕਿਵੇਂ ਕਿਵੇਂ ਵਰਤੀ ਉਹ ਲੰਬੀ ਚੌੜੀ ਕਹਾਣੀ। ਪਰ ਉਸ ਤੋਂ ਬਾਅਦ ਫਿਰ ਪਿੰਡ ਸਮਾਗਮ ਰੱਖਿਆ ਸੀ। ਬਰਾਰਾਂ ਆ ਕੇ ਜੋ 40 ਦਿਨ ਦਾ ਸਮਾਗਮ ਉਹ ਬਾਅਦ ਵਿੱਚ ਰੱਖਿਆ ਹੈ, ਅਤੇ ਸਮਾਗਮ ਵਿੱਚ ਬੇਅੰਤ ਬਚਨ ਕੀਤੇ। ਬੇਅੰਤ ਸੰਗਤਾਂ ਦੱਸਦੀਆਂ ਰਹਿੰਦੀਆਂ ਕਿਵੇਂ ਕਿਵੇਂ ਉੱਥੇ ਕਲਾ ਵਰਤੀ। ਉਹ ਬਚਨ ਕਰਦੇ ਸਨ। ਇੱਕ ਵਾਰ ਵੀ ਭਾਈ ਜਦੋਂ ਕੋਈ ਭੁੱਲ ਹੋ ਜਾਵੇ ਅਤੇ ਮੁਆਫੀ ਮੰਗਣ ਦੇ 2 ਤਰੀਕੇ ਹੁੰਦੇ ਨੇ। ਇੱਕ ਤਾਂ ਤਰੀਕਾ ਵੇ ਅਤ ਨਿਮਰਤਾ ਗਰੀਬੀ ਨਾਲ। ਜਿਸ ਪ੍ਰਤੀ ਕਿਸੇ ਆਦਮੀ ਲਈ ਤੁਹਾਡੇ ਕੋਲ ਭੁੱਲ ਹੋਈ ਹੈ, ਉਹਦੇ ਕੋਲੋਂ ਮੁਆਫੀ ਮੰਗੀ ਜਾਵੇ। ਜਾਂ ਵੈਸੇ ਜੋ ਕੋਈ ਭੁੱਲ ਹੋ ਰਹੀ ਹੈ, ਸੰਗਤ ਵਿੱਚ ਖਲੋ ਕੇ ਖੜੇ ਹੋ ਕੇ ਮੁਆਫੀ ਮੰਗੀ ਜਾਵੇ, ਸ਼ਰਮ ਨਾ ਕਰੇ। ਉਹ ਸੰਗਤ ਬਖਸ਼ੇਂਦੇ ਇੱਕਦਮ ਬਖਸ਼ੇ ਜਾਓਗੇ। ਅਤੇ ਦੂਸਰਾ ਤਰੀਕਾ ਹੈ, ਜੇ ਨਹੀਂ ਹਿੰਮਤ ਹੁੰਦੀ, ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ। ਕੋਈ ਕੁਝ ਵੀ ਕਹੀ ਜਾਵੇ, ਤੁਸੀਂ ਗਰੀਬੀ ਨਿਮਰਤਾ ਖਲੀਮੀ ਨਾ ਛੱਡੋ, ਅਤੇ ਫਿਰ ਸਤਿਗੁਰੂ ਜੀ ਕਿਰਪਾ ਕਰਕੇ ਮੁਆਫ ਕਰ ਦਿੰਦੇ ਨੇ। ਫਿਰ ਬਚਨ ਕਰਦੇ ਸੀ, ਕਹਿੰਦੇ ਵਾਹਿਗੁਰੂ ਸ਼ਬਦ ਦੇ ਅਭਿਆਸ ਨਾਲ ਨਾ 10ਮ ਦੁਆਰ ਤੱਕ ਤੇ ਪਹੁੰਚ ਜਾਣਾ, ਇਹ ਉਹਦੀ ਕਿਰਪਾ ਹੀ ਹੈ। ਪਰ ਜਦੋਂ 10ਮ ਦੁਆਰ ਤੋਂ ਅਗਾਂਹ ਦਾ ਰਸਤਾ ਹੈ ਨਾ, ਜਿਹੜੀਆਂ ਅਗਲੀਆਂ ਖਿੜਕੀਆਂ ਨੇ, ਉਹ ਬਹੁਤ ਬਿਖਮ ਮਾਰਗ ਹੈ। ਆਪਾਂ ਬਿਖਮ ਕਹਿ ਸਕਦੇ ਹਾਂ, ਪਰ ਆਪਾਂ ਨੂੰ ਬਿਖਮ ਦਾ ਮਹਿਸੂਸ ਨਹੀਂ ਹੋ ਸਕਦਾ। ਮਹਿਸੂਸ ਉਹ ਕਰਨਗੇ ਜਿਹੜੇ ਯਤਨ ਕਰ ਰਹੇ ਨੇ, ਦਿਨੇ ਰਾਤ ਲੱਗੇ ਹੋਏ ਨੇ। ਗੁਰੂ ਕੇ ਪਿਆਰਿਓ, ਮੈਨੂੰ ਯਾਦ ਹੈ 5-7 ਸਾਲ ਪਹਿਲਾਂ ਇੱਕ ਸਤਸੰਗੀ ਸੀ, ਉਹਨਾਂ ਦੇ ਕੋਲ ਗੱਲ ਚੱਲ ਰਹੀ ਸੀ ਬਰਿਆਰਾਂ ਵਾਲਿਆਂ ਦੀ। ਪ੍ਰੇਮ ਕਰਨ ਵਾਲਾ ਸੀ, ਸੰਗਤ ਦਾ ਵੀਰ। ਕਹਿ ਰਹੇ ਸੀ ਅਨਖਦ ਸ਼ਬਦ ਸੁਣਾਉਂਦੇ ਸੀ, ਅਤੇ ਵਿਰਲਿਆਂ ਨੂੰ ਜਿਨ੍ਹਾਂ ਦੀ ਆਪਣੀ ਕਮਾਈ ਉਹ ਆਪ ਵੀ ਸੁਣਦੇ ਨੇ। ਮੈਂ ਵੀ ਕਿਹਾ ਵੀ ਹਾਂ, ਅੱਜ ਵੀ ਅਨੇਕਾਂ ਗੁਰੂ ਕੇ ਪਿਆਰੇ ਅਨਖਦ ਸ਼ਬਦ ਸੁਣ ਰਹੇ ਨੇ। ਤੇ ਇੱਕਦਮ ਕਹਿਣ ਲੱਗੇ ਹੁਣ ਵੀ ਇਹ ਕਿਵੇਂ ਹੋ ਸਕਦਾ ਹੈ। ਕਈਆਂ ਨੂੰ ਉਹਨੂੰ ਲੱਗ ਰਿਹਾ ਸੀ ਵੀ ਸ਼ਾਇਦ ਅਨਖਦ ਸ਼ਬਦ ਸੁਣਾਉਣਾ ਤੇ ਕਿਸੇ ਕਿਸੇ ਦੀ ਡਿਊਟੀ ਹੋ ਸਕਦੀ, ਸੁਣਨਾ। ਪਿਆਰਿਓ, ਕਦੇ ਨਾ ਭੁੱਲਣਾ, ਸਤਿਗੁਰੂ ਦੀ ਕਿਰਪਾ ਨਾਲ ਹਮੇਸ਼ਾ ਗੁਰਮੁਖ ਰੂਹਾਂ ਰਹਿੰਦੀਆਂ ਨੇ। ਅਨਖਦ ਸ਼ਬਦ, 10ਮ ਦੁਆਰ, ਉਹਦੇ ਤੋਂ ਗਾਂਹ ਦੀਆਂ ਅਵਸਥਾਵਾਂ, ਇਹ ਸਾਰਾ ਕੁਝ ਵਰਤਦਾ ਰਹਿੰਦਾ ਹੈ। ਹੁਣ ਵੀ ਵੇਖਦੇ ਹਾਂ ਜਿਹੜੇ ਗੁਰਮੁਖ ਪਿਆਰੇ ਜੋ ਜੋ ਗੁਰਬਾਣੀ ਕਹਿੰਦੀ ਆਪਣੇ ਤੇ ਇੱਕ ਇੱਕ ਸ਼ਬਦ ਨੂੰ ਘਟਾ ਕੇ ਅਭਿਆਸ ਕਰਦੇ ਨੇ, ਉਹ ਚੀਜ਼ ਪ੍ਰਗਟ ਕਰਦੇ ਅਤੇ ਕਹਿੰਦੇ ਬੜਾ ਔਖਾ ਹੈ ਜਰਨਾ, ਬੜਾ ਔਖਾ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ। ਬਰਿਆਰਾਂ ਵਾਲੇ ਸਤਿਪੁਰਖ ਕਹਿੰਦੇ ਸਨ ਅਨੇਕਾਂ ਖਿੜਕੀਆਂ ਨੇ ਜਿਹੜੀਆਂ ਜਦੋਂ ਵਾਹਿਗੁਰੂ ਸ਼ਬਦ ਨਾਲ ਖੁੱਲ੍ਹਦੀਆਂ ਨੇ, ਕੜਕ ਕੜਕ ਕਰਕੇ ਬੜੀਆਂ ਆਵਾਜ਼ਾਂ ਆਉਂਦੀਆਂ ਨੇ। ਉਹ ਆਪ ਹੀ ਤਰਸ ਕਰਨ ਸਤਿਗੁਰੂ ਜੀ, ਅਤੇ ਤਾਂ ਇਹ ਸਾਰਾ ਕੁਝ ਜਰਿਆ ਜਾਂਦਾ ਅਤੇ ਬੰਦਾ ਪਹੁੰਚਦਾ ਹੈ। ਜੇ ਥੋੜ੍ਹਾ ਜਿਹਾ ਵੀ ਢਿੱਲਾ ਪਵੇ ਨਾ ਇੱਥੇ ਆ ਕੇ ਗੁਰੂ ਕੇ ਪਿਆਰਿਓ, ਅਤੇ ਫਿਰ ਕਹਾਣੀ ਵਿਗੜ ਜਾਂਦੀ ਹੈ। ਮੈਂ ਉਹ ਬਚਨ ਭੁੱਲ ਗਿਆ ਸੀ, ਮੈਂ ਦੁਬਾਰਾ ਸਾਂਝਾ ਕਰਨਾ ਚਾਹੁੰਦਾ ਵਾਂ।
ਟਕਸਾਲ ਦੇ ਸਿੰਘ ਭਾਈ ਬਖਸ਼ੀਸ਼ ਸਿੰਘ ਜੀ ਤੇ ਬਰਿਆਰਾਂ ਵਾਲੇ ਸਤਿਪੁਰਖਾਂ ਦੇ ਕੋਲ ਬੈਠੇ ਸੀ ਹੋਰ ਵੀ ਸਿੰਘ, ਤੇ ਉਹਨਾਂ ਨੇ ਇੱਕ ਵਾਰ ਗੱਲ ਕੀਤੀ, ਕਹਿਣ ਲੱਗੇ ਵੀ ਜਿਹੜਾ ਸਿੰਘ ਗੁਰਬਾਣੀ ਦਾ ਸ਼ੁੱਧ ਪਾਠ ਨਾ ਕਰੇ ਤੇ ਅਰਥ ਬੋਧ ਉਹਨੂੰ ਨਾ ਹੁੰਦਾ ਹੋਵੇ, ਉਹਦਾ ਜੀਵਨ ਹੀ ਬਿਰਥਾ ਹੈ, ਸਫਲ ਨਹੀਂ ਅਸਫਲ ਹੈ, ਉਹਨੇ ਜੀਵਨ ਗਵਾ ਲਿਆ। ਇੱਕਦਮ ਬਰਿਆਰਾਂ ਵਾਲੇ ਕਹਿਣ ਲੱਗੇ ਬਿਲਕੁਲ ਨਹੀਂ, ਸਾਨੂੰ ਦੱਸ ਭਲਾ, ਜੇਕਰ ਇੱਕ ਬੱਚਾ ਦੁੱਧ ਪੀਵੇ ਤੇ ਇੱਕ ਕੋਈ ਪੜ੍ਹਿਆ ਲਿਖਿਆ ਪੀਵੇ, ਕਿ ਉਹ ਦੁੱਧ ਦੇ ਉਹ ਅਸਰ ਵੱਖਰਾ ਵੱਖਰਾ ਹੋਏਗਾ? ਕਹਿਣ ਲੱਗੇ ਇੱਕ ਅਨਪੜ੍ਹ ਆਦਮੀ ਇੱਕ ਡਾਕਟਰ ਹੈ, ਦੁੱਧ ਦੋਨੋਂ ਪੀਣ, ਅਨਪੜ੍ਹ ਨੂੰ ਕੋਈ ਪਤਾ ਨਹੀਂ ਦੁੱਧ 'ਚ ਕਿਹੜਾ ਕੈਮੀਕਲ ਚੰਗਾ ਮਾੜਾ ਕੀ ਤੱਤ ਹੁੰਦੇ ਨੇ, ਡਾਕਟਰ ਨੂੰ ਪੂਰਾ ਪਤਾ ਹੈ, ਦੋਨੋਂ ਪੀਣਗੇ ਵੱਖਰਾ ਅਸਰ ਹੋਏਗਾ? ਕਹਿੰਦੇ ਨਹੀਂ, ਉਹ ਤਾਂ ਇੱਕੋ ਜਿਹਾ ਹੋਏਗਾ। ਕਹਿਣ ਲੱਗੇ ਸੱਜਣੋ, ਇਹ ਗੱਲ ਨਹੀਂ ਵੀ ਗੁਰਬਾਣੀ ਸ਼ੁੱਧ ਪੜ੍ਹਨੀ ਹੋਵੇ ਤੇ ਅਰਥ ਬੋਧ ਹੋਣ ਤੇ ਤਾਂ ਹੀ ਰੱਬ ਦੀ ਕਿਰਪਾ ਤੇ ਜੀਵਨ ਸਫਲ ਹੁੰਦਾ ਹੈ। ਨਹੀਂ, ਜੀਵਨ ਸਫਲ ਹੈ ਜੇ ਬੰਦਗੀ ਹੈ, ਜੇ ਅੰਦਰ ਸਤਿਗੁਰੂ ਨਾਲ ਪਿਆਰ ਹੈ, ਸ਼ਬਦ ਰਾਹੀਂ ਅੰਦਰ ਜੋਤ ਪ੍ਰਗਟ ਹੋਈ ਹੈ, ਅੰਦਰ ਕੋਈ ਉਹਦੀ ਕਲਾ ਵਰਤ ਰਹੀ ਹੈ। ਮਹਾਰਾਜ ਕਹਿੰਦੇ ਨਾ, ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਅੰਦਰ ਪ੍ਰੇਮ ਹੋਵੇ ਦਾ ਨਹੀਂ ਮਤਲਬ ਵੀ ਗੁਰਬਾਣੀ ਨਹੀਂ ਸ਼ੁੱਧ ਪੜ੍ਹਨੀ, ਅਰਥ ਬੋਧ ਨਹੀਂ, ਪਰ ਇਹ ਰਸਤੇ ਦਾ ਪੜਾਂਕ ਹੈ। ਜੋ ਗੁਰਬਾਣੀ ਕਹਿੰਦੀ ਉਹਨੂੰ ਜਿਉਣਾ ਪਿਆਰਿਓ, ਉਹ ਸਾਡੀ ਮੰਜ਼ਿਲ ਹੈ, ਉਹਦੇ ਨਾਲ ਸਾਡੀ ਸੁਰਤੀ ਦਾ ਸਫ਼ਰ ਤੈਅ ਹੁੰਦਾ ਹੈ। ਤੋ ਮੈਂ ਗੱਲ ਕਰ ਰਿਹਾ ਸਾਂ, ਗੁਰੂ ਕੇ ਪਿਆਰਿਓ ਇੱਕ SDO ਸਨ, ਉਹ ਕਾਫੀ ਜਾਪ ਕਰਿਆ ਕਰਦੇ, ਰਸ ਬੜਾ ਆਉਣਾ, ਬੜੇ ਨਜ਼ਾਰੇ ਵੇਖਣੇ, ਸਰੀਰ 'ਚ ਵੀ ਉਹਨੇ ਨਿਕਲ ਜਾਣਾ, ਪਾਸੇ ਹੋ ਜਾਣਾ, ਹੌਲੀ ਹੌਲੀ ਚੀਜ਼ ਅਲੋਪ ਹੋ ਗਈ। ਉਹ ਹੌਲੀ ਹੌਲੀ ਗੱਲ ਅੱਗੋਂ ਸਤਸੰਗੀਆਂ ਰਾਹੀਂ ਆਈ, ਉਹਨਾਂ ਨੇ ਮਹਾਂਪੁਰਖਾਂ ਦੇ ਦਰਸ਼ਨ ਕਰਾਏ। ਸਰਦਾਰ ਜੋਗਿੰਦਰ ਸਿੰਘ ਜੀ ਚੋਪੜਾ ਖੁਰਾ ਨੇ ਮਿਲਾਇਆ ਇਹਨਾਂ ਨੂੰ, ਤੇ ਕਹਿੰਦੇ ਜਦੋਂ ਬੈਠੇ ਸੀ ਮਹਾਂਪੁਰਖਾਂ ਨੂੰ ਇਹਨਾਂ ਨੇ ਬੇਨਤੀ ਕੀਤੀ, ਜੀ ਇਹ ਦੱਸੋ। ਮਹਾਂਪੁਰਖ ਕਹਿੰਦੇ ਕਿਵੇਂ ਚੱਲਦਾ ਸੀ ਰਸਤੇ, ਕਿਵੇਂ ਜਪਦੇ ਸੀ? ਉਹਨਾਂ ਸਾਰੀ ਕਹਾਣੀ ਦੱਸੀ ਵੀ ਮੈਂ ਇਸ ਤਰ੍ਹਾਂ ਜਪਦਾ ਸੀ, ਇਸ ਤਰ੍ਹਾਂ ਸਰੀਰ 'ਚੋਂ ਵੀ ਨਿਕਲ ਜਾਂਦਾ ਸੀ, ਹੁਣ ਸਭੋ ਕੁਝ ਅਲੋਪ ਹੋ ਗਿਆ ਹੈ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਸਿੱਧਾ ਮਹਾਂਪੁਰਖਾਂ ਨੇ ਆਨੰਦ ਸਾਹਿਬ ਦੀ ਪਹਿਲੀ ਪੌੜੀ ਪੜ੍ਹਾਈ, ਆਪ ਪੜ੍ਹੀ, ਉਹਨਾਂ ਪਿੱਛੇ ਪੜ੍ਹੀ, ਸਮਾਪਤੀ ਹੋ ਗਈ, ਚਲੇ ਗਏ। ਕੁਛ ਨਹੀਂ ਸਮਝ ਆਉਂਦਾ ਦੂਸਰੇ ਨੂੰ ਕਿ ਪਿਓ ਨਾ ਪੁੱਛਿਆ ਕੁਝ, ਜੋ ਆਪ ਕੁਝ ਹੋਰ ਦੇ ਰਹੇ ਨੇ, ਹੋਰ ਨਹੀਂ ਦੇ ਰਹੇ ਹੁੰਦੇ ਜਵਾਬ, ਤੇ ਉਹ ਵੀ ਮਿਲਦਾ, ਸਾਡੀ ਸਮਝ ਕੁਝ ਹੋਰ ਸਮਝ ਰਹੀ ਹੁੰਦੀ ਹੈ। ਜਦੋਂ ਉਹਨਾਂ ਨੇ ਚਲੇ ਗਏ, ਬਾਅਦ ਵਿੱਚ ਮਿਲੇ ਤੇ ਪੁੱਛਿਆ ਜੀ ਉਹ ਕਿਵੇਂ? ਕਹਿਣ ਲੱਗੇ ਉਸ ਦਿਨ ਤੋਂ ਬਾਅਦ ਇੱਕਦਮ ਉਹ ਚੀਜ਼ਾਂ ਵਾਪਸ ਆ ਗਈਆਂ। ਤਾਂ ਹੀ ਸਾਹਿਬ ਕਹਿੰਦੇ ਨੇ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹ ਵਾਹ ਕਾ ਬੜਾ ਤਮਾਸ਼ਾ। ਗੁਰਮੁਖਾਂ ਦੀ ਸੰਗਤ ਵਿਚਾਰੋ, ਉਹਦੇ 'ਚ ਬੈਠੋ ਤੇ ਨਾਮ ਜਪੋ, ਫਿਰ ਦੇਖੋ ਉਸ ਪਰਮੇਸ਼ਰ ਦੀ ਵਾਹ ਵਾਹ ਕਰਨ ਦੇ ਤਮਾਸ਼ੇ, ਨਜ਼ਾਰੇ, ਸੁਰਤੀ ਕਿਵੇਂ ਮਾਣਦੀ ਤੇ ਆਨੰਦ ਲੈਂਦੀ ਹੈ। ਗੁਰੂ ਕੇ ਪਿਆਰਿਓ, ਕੇਵਲ ਐਸਾ ਹੀ ਨਹੀਂ ਹੈ, ਇੱਕ ਹੋਰ ਵੇਖਣਾ, 2-4 ਬਚਨ ਹੋਰ ਸਾਂਝੇ ਕਰਦੇ ਹਾਂ, ਸਾਰੇ ਤੇ ਕਦੇ ਖੋਣੇ ਹੀ ਨਹੀਂ। ਮੈਂ ਪਹਿਲੇ ਦੀਵਾਨ ਵਿੱਚ ਬੇਨਤੀ ਕੀਤੀ ਸੀ, ਇਸ ਬਾਬਾ ਜੀ ਖੁਰਾਂ ਦੀ ਬਾਤਾਂ ਪਾਉਣ ਦੇ ਪਹਿਲੇ ਹਿੱਸੇ ਵਿੱਚ ਭਾਈ ਸਤਿਗੁਰੂ ਦੀ ਕਿਰਪਾ ਨਾਲ ਸਾਧੂ ਅਖਵਾਣਾ, ਜਾਂ ਅਸੀਂ ਵੇਖ ਲੈਣਾ ਫਲਾਣੇ ਸਾਧੂ ਦੇ ਕੱਪੜੇ, ਗੱਡੀਆਂ, ਘਰ। ਗੁਰੂ ਕੇ ਪਿਆਰਿਓ ਸੌਖਾ ਹੈ, ਪਰ ਸਾਧੂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਪਹਿਲਾਂ ਉਹ ਕਈ ਜਨਮ ਲਾ ਕੇ ਕਮਾਈਆਂ ਕਰਦਾ ਹੈ, ਫਿਰ ਕਮਾਈ ਕਰਨ ਤੋਂ ਬਾਅਦ ਹੋਰ ਉਹਨੇ ਲੋਕਾਂ ਦਾ ਭਲਾ ਕਰਨਾ, ਕਿਸੇ ਦਾ ਵੱਡਾ ਵੱਡਾ ਰੋਗ ਲੈਣਾ, ਕਿਸੇ ਦੀਆਂ ਪਿਆਰਿਓ ਮੰਗਾਂ ਪੂਰੀਆਂ ਕਰਵਾਉਣੀਆਂ, ਦੁੱਧ ਪੁੱਤ, ਪੈਸਾ ਟਕਾ, ਸਾਰਾ ਕੁਝ ਆਪਣੀ ਕਮਾਈ 'ਚੋਂ ਖਰਚਣਾ। ਕਿਹਦਾ ਜੀ ਕਰਦਾ ਆਪਣੇ ਕੋਲੋਂ ਕਿਸੇ ਨੂੰ ਕੁਝ ਦੇਵੇ? ਪਰ ਦਿੰਦੇ ਉਹੀ ਨੇ ਜਿਨ੍ਹਾਂ ਨੂੰ ਪਿੱਛੋਂ ਹੁਕਮ ਹੁੰਦਾ ਵੀ ਤੁਹਾਡਾ ਘਟੇਗਾ ਵੀ ਕੁਝ ਨਹੀਂ ਤੇ ਭਲਾ ਵੀ ਹੋਏਗਾ। ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਇੱਕ ਸਰਦਾਰ, ਇੱਕ ਕੈਪਟਨ ਸਾਹਿਬ ਸਨ ਸਰਦਾਰ ਬੂਆ ਸਿੰਘ ਜੀ, ਉਹਨਾਂ ਨੂੰ ਵੀ ਸੰਗਤ ਮਿਲੀ, ਜੁੜੇ। ਉਹਨਾਂ ਦਾ ਬੇਟਾ ਬਿੰਦਾ ਬਿਮਾਰ ਸੀ ਸ਼ੁਰੂ ਤੋਂ ਲੈ ਕੇ ਹੀ, ਬੜੇ ਇਲਾਜ ਕਰਵਾਏ ਨਹੀਂ ਸੀ ਹੁੰਦੇ।
ਮਹਾਂਪੁਰਖਾਂ ਨਾਲ ਮੇਲ ਹੋਇਆ, ਰਲ ਕੇ ਵੀ ਦਵਾ ਦਾਰੂ ਕੀਤਾ। ਪਰ ਜਦੋਂ ਨਹੀਂ ਸੀ ਪਤਾ ਸੀ ਕੋਈ ਪੁਰਾਣਾ ਇਹੋ ਜਿਹਾ ਕਰਮ ਹੈ, ਉਹਦੀ ਸਜ਼ਾ ਇਸ ਜਨਮ ਵਿੱਚ ਭੁਗਤਣੀ ਹੈ, ਫਿਰ ਸਤਿਪੁਰਖਾਂ ਨੇ ਇਹੋ ਜਿਹੀ ਕਿਰਪਾ ਕੀਤੀ, ਉਹਦੇ ਲਈ ਅਰਦਾਸ ਤੇ ਉਹਦੀ ਆਪਣੀ ਕਮਾਈ 'ਚੋਂ ਬਖਸ਼ਵਾਉਣਾ ਸੀ, ਕਿਉਂਕਿ ਪਰਿਵਾਰ ਤੰਗ ਸੀ ਵੀ ਜੇ ਇਹੋ ਜਿਹੀ ਹਾਲਤ ਵਿੱਚ ਬੱਚੇ ਨੂੰ ਵੇਖਣਾ ਹੈ ਤੇ ਇਹਨੂੰ ਮਹਾਰਾਜ ਜੀ ਸਰੀਰ ਤੋਂ ਬਾਹਰ ਹੀ ਕੱਢ ਲੈਣ। ਕਿਸੇ ਦਾ ਜੀਅ ਤੇ ਨਹੀਂ ਚਾਹੁੰਦਾ, ਪਰ ਜਦੋਂ ਹਾਲਤ ਹੀ ਤਰਸਯੋਗ ਹੋਵੇ ਤੇ ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਕਹਿਣ ਲੱਗੇ ਇਹ ਹੁਣ ਬਖਸ਼ੇ ਜਾਣਗੇ, ਪਰ ਇੱਕ ਜਨਮ ਹੋਰ ਲੈਣਾ ਪਵੇਗਾ। ਉਹ ਜਨਮ ਉਹਨੂੰ ਨਹੀਂ, ਸਾਨੂੰ ਲੈਣਾ ਪਵੇਗਾ। ਬਚਨ ਹੋ ਗਿਆ, ਉਹ ਬਿੰਦਾ ਚੜ੍ਹਾਈ ਕਰ ਗਿਆ। ਪਰ ਇਧਰ ਜਗਿਆਸੂਆਂ ਦੇ ਅੰਦਰ ਇੱਕ ਸਵਾਲ ਖੜਾ ਹੋ ਗਿਆ, ਭਈ ਇੰਨੀ ਕਮਾਈ ਵਾਲੇ ਆਪ ਨੇ ਮਹਾਂਪੁਰਖ ਇਹ ਜਨਮ ਲੈਣਗੇ? ਕੇਵਲ ਉਹਦਾ ਦੁੱਖ ਕੱਟਣ ਲਈ ਕਹਾਣੀ ਸਮਝ ਨਹੀਂ ਆਈ। ਸਵਾਲ ਭਲੇ ਵੀ ਹੁੰਦੇ ਨੇ, ਸਵਾਲ ਖੁਰੇ ਉਹ ਆਪ ਹੀ ਉਠਾਉਂਦਾ ਪਰਮਾਤਮਾ ਜਾਂ ਸਾਧੂ, ਤੇ ਖੁਰੇ ਆਪ ਹੀ ਜਵਾਬ ਦੇਣੇ ਹੁੰਦੇ ਹਨ। ਇਹ ਉਹਨਾਂ ਦੀਆਂ ਉਹ ਜਾਣਨ। ਕਦੇ ਵੀ ਇਸ ਰਾਹ ਬਾਰੇ ਦਾਅਵਾ ਨਹੀਂ ਕਰਨਾ ਚਾਹੀਦਾ ਵੀ ਮੇਰਾ ਜਿਹੜਾ ਵੇਖਣ ਦਾ ਢੰਗ ਹੈ ਉਹ ਠੀਕ ਹੈ ਤੇ ਦੂਸਰੇ ਦਾ ਗਲਤ ਹੈ। ਨਹੀਂ, ਸਾਧੂ ਇੱਕੋ ਵਕਤ ਕੋਈ ਕਰਮ ਕਰੇਗਾ, ਹਰ ਬੰਦੇ ਦੀ ਵਿਆਖਿਆ ਆਪੋ ਆਪਣੀ ਹੋਏਗੀ, ਕਿਉਂਕਿ ਉਹਨੂੰ ਵੱਖਰੀ ਤਰ੍ਹਾਂ ਦਾ ਮੈਸੇਜ ਜਾਏਗਾ। ਗੱਲ ਇੱਕੋ ਹੀ ਹੋਏਗੀ, ਸੁਣਿਆ ਇੱਕੋ ਤਰ੍ਹਾਂ ਦਾ ਨਹੀਂ ਹੋਏਗਾ, ਵੱਖਰਾ ਹੋਏਗਾ। ਫਿਰ ਉਹ ਸ਼ੰਕਾ ਮਿਟਾ ਦਿੱਤਾ। ਮਹਾਂਪੁਰਖ ਬਿਮਾਰ ਹੋ ਗਏ, ਦਵਾ ਦਾਰੂ ਚੱਲਦਾ ਸੀ। ਇੱਕ ਦਿਨ ਰਾਤ ਨੂੰ ਇਹੋ ਜਿਹੇ ਕੌਤਕ ਵਰਤੇ, ਬੱਚਿਆਂ ਦੀ ਤਰ੍ਹਾਂ ਆਵਾਜ਼ ਆਉਣੀ, ਉੱਚੀ ਉੱਚੀ ਬੱਚਿਆਂ ਦੀ ਤਰ੍ਹਾਂ ਰੋਣਾ। ਜਗਿਆਸੂ ਡਰ ਗਏ ਵੀ ਖੁਰੇ ਕੀ ਹੋ ਰਿਹਾ ਏ। ਫਿਰ ਅਗਲੇ ਦਿਨ ਅੰਮ੍ਰਿਤ ਵੇਲੇ ਸ਼ਾਂਤ ਵੀ ਹੋ ਗਏ। ਗੁਆਂਢੀ ਪੁੱਛਦੇ ਕਿਸੇ ਬੱਚੇ ਨੇ ਜਨਮ ਲਿਆ, ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਸੀ। ਬਾਅਦ 'ਚ ਮੁੱਕਦੀ ਗੱਲ ਇਹ ਦੱਸਿਆ, ਉਹਦਾ ਜਨਮ ਇੱਕੋ ਰਾਤ ਦੇ ਕੁਝ ਘੰਟਿਆਂ ਵਿੱਚ ਹੀ ਕਿਵੇਂ ਉਹ ਲੈ ਕੇ ਸੁਰਤੀ ਨਾਲ ਕੀ ਜਨਮ ਤੇ ਉਹਨੂੰ ਭੁਗਤਾ ਦਿੱਤਾ। ਪਿਆਰਿਓ, ਮਹਾਰਾਜ ਦੇ ਵੀ ਅਨੇਕਾਂ ਢੰਗ ਨੇ ਨਾ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਨਾ, ਖਰੀਪੁਰ ਦੇ ਰਾਜ ਨੂੰ ਦਿਖਾਇਆ ਸੀ ਕਿਵੇਂ ਕਈ ਜਨਮ ਸੁਪਨੇ ਵਿੱਚ ਹੀ ਭੁਗਤਾ ਦਿੱਤੇ ਸਨ। ਉਹਨਾਂ ਦੀ ਖੇਡ ਦਾ ਅੰਤ ਕੋਈ ਨਹੀਂ। ਭਾਈ ਲਖਮੀਰ ਸ਼ਮੀਰ ਤਖਤ ਮੱਲ ਹੋਏ ਨੇ, ਭਾਈ ਸ਼ਮੀਰ ਨੂੰ ਵਿਖਾ ਦਿੱਤਾ ਸੀ ਰਾਤੀ ਸੁਪਨੇ ਵਿੱਚ ਹੀ ਕਈ ਜਨਮ ਭੁਗਤਾ ਦਿੱਤੇ। ਤੋ ਖੈਰ ਇਸ ਤਰ੍ਹਾਂ ਦੇ ਅਨੇਕਾਂ ਕੌਤਕ ਵਰਤੇ ਗੁਰੂ ਕੇ ਪਿਆਰਿਓ। ਜਿੱਥੇ ਉਹਨਾਂ 'ਤੇ ਬੇਅੰਤ ਕਿਰਪਾ ਸੀ, ਉੱਥੇ ਉਹਨਾਂ ਦੀਆਂ ਦੋ ਭੈਣਾਂ ਦੀ ਆਪਾਂ ਗੱਲ ਕੀਤੀ ਸੀ। ਪਰ ਇੱਕ ਭੈਣ ਸਾਰੀ ਸਤਸੰਗੀ ਉਹਨਾਂ ਨੂੰ ਸਤਿਕਾਰ ਨਾਲ ਭੂਆ ਜੀ ਕਹਿ ਰਹੇ ਨੇ, ਸਰੀਰ ਵਿੱਚ ਮੌਜੂਦ ਨੇ। ਮਹਾਰਾਜ ਦੀ ਕਿਰਪਾ ਸੀ, ਵਿਆਹੇ ਸਨ, ਇੱਕੋ ਪਿੰਡ ਹੀ ਭੈਣਾਂ। ਅਤੇ ਜਦੋਂ ਵਿਆਹੀਆਂ ਸੀ ਉੱਥੇ ਵੀ ਕਲਾ ਵਰਤੀ ਬੀਬੀ ਹੰਸ ਕੌਰ, ਉਹਨਾਂ ਦੇ ਦਰਸ਼ਨ ਵੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਕਰਵਾਏ ਸੀ। ਪਿੱਛੇ ਹੀ ਸਮਾਗਮ 'ਤੇ ਗਏ ਸੀ, ਸੰਤਾਂ ਦੇ ਬੇਟੇ ਸਰਦਾਰ ਚਮਕੌਰ ਸਿੰਘ ਜੀ ਦੇ ਹੁਕਮ ਮੁਤਾਬਕ, ਅਤੇ ਉਦੋਂ ਦਰਸ਼ਨ ਕਰਵਾਏ ਸੀ। ਇਹ ਬੀਬਾ ਹੰਸ ਕੌਰ ਵਿਆਹੇ ਸਨ ਅਤੇ ਸਹੁਰੇ ਘਰ ਜਦੋਂ ਸੀ ਭੋਲਾ ਭਾਵ ਸੀ ਪੁਰਾਣੀ ਕਮਾਈ ਹੋਏਗੀ। ਇੱਕੋ ਘਰ ਵਿੱਚ ਤਿੰਨਾਂ 'ਤੇ ਕਿਰਪਾ, ਕਬੀਰ ਅਤੇ ਦੋ ਭੈਣਾਂ, ਬਾਕੀ ਭਰਾਵਾਂ 'ਤੇ ਵੀ ਕਿਰਪਾ। ਉਹਨਾਂ ਰੱਜ ਕੇ ਸੰਗਤ ਦੀ ਸੇਵਾ ਕਮਾਈ, ਭਤੀਜਿਆਂ ਨੇ ਸਭਨਾਂ ਨੇ। ਪਰ ਉਹ ਚੇਚਾ ਜ਼ਿਕਰ ਬੀਬੀ ਹੰਸ ਕੌਰ ਦਾ ਕਰਕੇ ਆਪਾਂ ਸਮਾਪਤੀ ਵੱਲ ਆਉਂਦੇ ਹਾਂ, ਕਿਉਂਕਿ ਇਹ ਗੁਰੂ ਕੇ ਪਿਆਰਿਓ ਕਹਾਣੀਆਂ ਲੰਬੀਆਂ ਹੁੰਦੀਆਂ ਨੇ ਸਤਿਪੁਰਖਾਂ ਦੀਆਂ। ਬੀਬੀ ਹੰਸ ਕੌਰ ਕਹਿੰਦੇ ਇੱਕ ਦਿਨ ਨਾ ਰਾਤ ਨੂੰ ਇਹਨਾਂ ਨੂੰ ਕੰਨਾਂ 'ਚ ਉੱਚੀ ਉੱਚੀ ਸ਼ਾਂ ਸ਼ਾਂ ਦੀ ਆਵਾਜ਼ ਆਈ। ਬਹੁਤ ਕਹਿੰਦੇ ਖੁਰੇ ਕਾਹਦੀ ਆਵਾਜ਼ ਆ ਰਹੀ ਹੈ। ਇੱਕਦਮ ਕਹਿੰਦੇ ਉਹ ਆਵਾਜ਼ ਜਿਹੜੀ ਸੀ ਉਹਦੇ ਵਿੱਚ 4 ਅੱਖਰਾਂ ਦਾ ਪ੍ਰਕਾਸ਼ ਉੱਪਰੋਂ ਅਸਮਾਨ ਵੱਲੋਂ ਥੱਲੇ ਆਉਂਦਾ ਪਿਆ ਇਹਨਾਂ ਵੱਲ। ਹੇਠਾਂ ਆ ਕੇ ਕਾਲੇ ਜਿਹੇ ਰੰਗ ਦੀਆਂ ਲਕੀਰਾਂ ਬਣੀਆਂ ਅਤੇ ਉਹ ਜਿਹੜਾ 4 ਅੱਖਰਾਂ ਦਾ ਪ੍ਰਕਾਸ਼ ਸੀ ਉਹ ਇਹਨਾਂ ਦੇ ਆ ਕੇ ਮੱਥੇ 'ਤੇ ਵੱਜੀ ਅਤੇ ਇਹਨਾਂ ਨੂੰ ਸੁੱਧ ਬੁੱਧ ਭੁੱਲ ਗਏ। ਉਸ ਤੋਂ ਬਾਅਦ ਕਹਿੰਦੇ ਪਤਾ ਨਹੀਂ ਕੀ ਹੋਇਆ, ਸਿਰ ਪਾਟਣਾ 'ਚ ਲੱਗਣਾ, ਕੋਈ ਚੀਜ਼ ਉੱਪਰ ਨੂੰ ਨਿਕਲ ਕੇ ਜਾ ਰਹੀ ਹੈ। ਹੁਣ ਵੇਖਦੇ ਹਾਂ ਨਾ, ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਦੇ ਦਰਸ਼ਨ ਹੁੰਦੇ ਰਹਿੰਦੇ ਨੇ ਵੀਰ ਭੈਣਾਂ ਦੇ, ਮਹਾਰਾਜ ਉਹਨਾਂ ਕੋਲ ਕਰਵਾਉਂਦੇ ਨੇ। ਸਾਧੂ ਦੱਸਦੇ ਨੇ
ਜਦੋਂ ਧਿਆਨ ਵਿੱਚ ਬੈਠੋ ਤੇ ਅੰਦਰੋਂ ਕੋਈ ਚੀਜ਼ ਉੱਪਰ ਨੂੰ ਉੱਠੇ, ਤੁਹਾਨੂੰ ਇਹ ਨਾ ਸਮਝਣਾ ਵੀ ਐਵੇਂ ਕੋਈ ਚੀਜ਼ ਉੱਪਰ ਨੂੰ ਉੱਠ ਕੇ ਜਾਰੀ ਬੰਦਗੀ ਕਰਦੇ ਹਾਂ, ਉਹ ਪਰਮਾਤਮਾ ਆਪ ਹੀ ਉੱਪਰ ਉੱਠ ਰਿਹਾ ਹੁੰਦਾ ਆਤਮਾ ਨਾਲ ਜੁੜ ਕੇ। ਖੈਰ, ਬੀਬਾ ਹੰਸ ਕੌਰ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ ਆਪਾਂ ਉਹਨਾਂ ਦੀ, ਤੇ ਉਸ ਕਹਿੰਦੇ ਵੀ ਉਹ ਸਿਰ ਪਾਟੇ ਕੋਈ ਚੀਜ਼ ਨਿਕਲ ਕੇ ਉੱਪਰ ਨੂੰ ਜਾਰੀ ਮਹਿਸੂਸ ਹੋਵੇ। ਘਰ ਦੇ ਵੀ ਬੜੇ ਪਰੇਸ਼ਾਨ, ਕਿਉਂਕਿ ਨੀਂਦ ਆਉਂਦੀ ਨਹੀਂ ਸੀ। ਉਸ ਦਿਨ ਤੋਂ ਬਾਅਦ ਸਿਰ 'ਤੇ ਭਾਰ ਪਿਆ ਰਹਿਣਾ, ਜੇ ਇਹਨਾਂ ਨੇ ਲੇਟਣਾ ਤੇ ਭਾਰ ਪੈਣਾ, ਤੇ ਜੇ ਬੈਠ ਜਾਣਾ ਤੇ ਘੜੀ ਕੁ ਆਰਾਮ ਆਉਣਾ। ਕੋਈ ਇਸ਼ਾਰੇ ਹੋ ਰਹੇ ਸੀ ਨਾ। ਬਾਬਾ ਵੀਰ ਸਿੰਘ ਹੋਰਾਂ ਨੇ ਜਦੋਂ ਬਾਬਾ ਖੁਦਾਸ ਸਿੰਘ ਜੀ ਨੂੰ ਸੱਦਣਾ ਸੀ ਨਾ, ਤੇ ਕਹਿੰਦੇ ਸੀ ਸੱਦ ਲਵਾਂਗੇ। ਪਹਿਲਾਂ ਉਹਦੇ ਘਰੇ ਰੰਗ ਲਾ ਗਏ ਸੀ ਤੇ ਉਹਨਾਂ ਨੂੰ ਸਿਰ ਪੀੜ ਸ਼ੁਰੂ ਹੋ ਗਈ ਸੀ। ਸਿਰ ਪੀੜ ਹਟੇ ਹੀ ਨਾ। ਕਾਫੀ ਇਲਾਜ ਕਰਵਾਏ, ਗੱਲ ਬਣੀ। ਉਹਨਾਂ ਦੀ ਪਤਨੀ ਕਹਿੰਦੀ ਜੀ ਮਹਾਂਪੁਰ ਕਹਿ ਗਏ ਸਨ ਬੁਲਾ ਲਾਂਗੇ ਕਿਧਰੇ, ਇਹ ਤਾਂ ਨਹੀਂ ਪੂ ਸਾਦਰੇ ਖੋਣ ਤੇ ਆਪਾਂ ਘਰੇ ਬੈਠੇ ਹਾਂ। ਕਹਿੰਦੇ ਹਾਂ ਵੀ ਇਹ ਵੀ ਹੋ ਸਕਦਾ ਹੈ। ਉਦੋਂ ਹੀ ਜਦੋਂ ਤਿਆਰੀ ਕੀਤੀ ਤੇ ਸਿਰ ਪੀੜ ਹਟ ਗਈ। ਪਹੁੰਚੇ ਤੇ ਕਹਿਣ ਲੱਗੇ ਤੁਹਾਨੂੰ ਕਈ ਦਿਨਾਂ ਦੇ ਬੁਲਾ ਰਹੇ ਸਾਂ, ਤੁਸੀਂ ਇੰਨੇ ਦਿਨ ਕਿਉਂ ਲਾ ਦਿੱਤੇ? ਇਹ ਸਿਰ ਦੀਆਂ ਪੀੜਾਂ ਖੋਣੀਆਂ, ਇਸ਼ਾਰੇ ਕੋਈ ਬੁਲਾ ਰਿਹਾ ਸੀ, ਬੈਠਦੇ ਤੇ ਰਾਮ ਵੀ ਬੰਦਗੀ ਕਰੋ ਬੈਠੋ। ਉਹ ਇਹੋ ਜਿਹੀ ਕਲਾ ਵਰਤੀ ਵੀ ਬਿਮਾਰ ਖੋ ਗਏ, ਸਿਰ 'ਤੇ ਪ੍ਰੈਸ਼ਰ ਰਹਿਣਾ, ਬੜੇ ਇਲਾਜ ਕਰਵਾਏ, ਨਾ ਆਰਾਮ ਆਇਆ। ਪਤਾ ਨਹੀਂ ਸੀ ਨਾ ਬਿਮਾਰੀ ਹੈ ਕਿ ਬਖਸ਼ਿਸ਼ ਹੈ। ਇੱਕੋ ਜਿਹੀਆਂ ਜਾਪਦੀਆਂ ਨੇ। ਅੱਜ ਵੀ ਕਈ ਵੀਰ ਇਹਨਾਂ ਕੈਨੇਡਾ ਅਮਰੀਕਾ ਦੇ ਮੁਲਕਾਂ 'ਚ ਮਿਲਦੇ ਰਹਿੰਦੇ ਨੇ, ਉਹਨਾਂ 'ਤੇ ਕਿਰਪਾ ਹੁੰਦੀ ਤੇ ਘਰ ਦੇ ਉਹਨਾਂ ਨੂੰ ਹੌਸਪੀਟਲ ਲਿਜਾਣ ਨੂੰ ਫਿਰਦੇ ਨੇ। ਅਜੇ ਇਸ ਵਾਰ ਹੀ ਅਨੰਦਪੁਰੀ ਸਾਹਿਬ ਇੱਕ ਨੌਜਵਾਨ 'ਤੇ ਇੰਨੀ ਕਿਰਪਾ, ਦਾੜੀ ਉਹਦੀ ਕੱਟੀ ਹੋਈ, ਉਹਦੇ ਬੱਚੇ ਸਨ, ਦੋਧੜਾ ਸਮਾਗਮ ਹੁੰਦਾ ਸੀ, ਸੰਗਤ 'ਚ ਜਾਂਦਾ ਤੇ ਉਹਦੇ 'ਤੇ ਇੱਕਦਮ ਕਲਾ ਵਰਤਣੀ। ਜਿਹੜੀਆਂ ਗੱਲਾਂ ਸੀ ਸਾਧੂਆਂ ਦੀ ਸੁਣਦੇ ਹਾਂ, ਉਹ ਸਹਿਜ ਸੁਭਾਅ ਉਹਦੇ 'ਚ ਪ੍ਰਗਟ ਹੁੰਦੀਆਂ ਸੀ। ਘਰਦਿਆਂ ਨੇ ਉਹਨੂੰ ਪਾਗਲ ਸਮਝ ਕੇ ਮਹੀਨਾ ਰੱਖਿਆ, ਅੰਮ੍ਰਿਤਸਰ ਦਾਖਲ। 5-4 ਸਾਲ ਸੰਗਤ 'ਚ ਨਹੀਂ ਜਾਣ ਦਿੱਤਾ। ਉਹ ਹੁਣ ਫਿਰ ਵਿਚਾਰਾ ਕਿਧਰੇ ਗਿਆ, ਦੂਸਰਿਆਂ ਨੇ ਅੱਗੋਂ ਮਿਲਾਇਆ। ਜਦੋਂ ਅਸੀਂ ਖੁਦ ਉਹਨੂੰ ਮਿਲੇ ਹੈਰਾਨ ਸਾਂ। ਕਹਿੰਦਾ ਇਹ ਮੈਨੂੰ ਬਚਾਇਆ ਜਿਹਨਾਂ ਨੇ ਮੈਨੂੰ ਪਾਗਲ ਸਮਝ ਕੇ ਘਰਦਿਆਂ ਨੇ ਪਾਗਲ ਕਰਨ ਛੱਡ ਦੇਣਾ। ਜਿਹੜੀ ਇੱਕ ਇੱਕ ਗੱਲ ਉਹਦੀ ਸੀ ਉਹ ਬੜੀ ਪਾਏਦਾਰ, ਬਹੁਤ ਉਹਦੇ ਵਿੱਚ ਵਜਨ, ਬਹੁਤ ਉਹਦੇ ਵਿੱਚ ਦਮ। ਜਿਹੜੀਆਂ ਗੱਲਾਂ ਨੂੰ ਤਰਸੀਦਾ ਉਹ ਸਹਿਜ ਸੁਭਾਏ। ਕਹਿਣ ਲੱਗਾ ਪਤਾ ਨਹੀਂ ਕੀ ਹੁੰਦਾ ਭਾਈ ਸਾਹਿਬ, ਸਾਰੀ ਸੁਰਤੀ ਨਾ ਨਿਕਲ ਕੇ ਇੱਕ ਪੁਆਇੰਟ 'ਤੇ ਇਕੱਠੀ ਹੋ ਜਾਂਦੀ ਹੈ। ਗੱਲ ਉਹਦੀ ਚੱਲ ਪਈ। ਕਹਿਣ ਲੱਗਾ ਵੀ ਇੱਕ ਜਗ੍ਹਾ ਇਕੱਠੀ ਹੋ ਜਾਂਦੀ, ਨਾ ਮੈਨੂੰ ਪਤਾ ਵੀ ਪਿੱਛੇ ਕੀ ਅੱਗੇ ਕੀ। ਜੇ ਕੋਈ ਗੱਲ ਕਰਨੀ ਹੋਵੇ ਤਾਂ ਉਦੋਂ ਹੀ ਸਾਹਮਣੇ ਖਿਆਲ ਹੁੰਦਾ ਤੇ ਗੱਲ ਹੋ ਜਾਂਦੀ ਹੈ। ਇਹ ਪਤਾ ਨਹੀਂ ਕਹਿੰਦਾ ਕੀ ਹੈ। ਸੋਚਦੇ ਸਾਂ ਸਾਰੇ ਸੁਣਨ ਵਾਲੇ ਸੀ ਵੀ ਸੱਜਣਾ ਪਾਗਲ ਤੂੰ ਨਹੀਂ, ਪਾਗਲ ਤੇ ਅਸੀਂ ਆ ਜਿਹੜੇ ਇੰਨੇ ਚਿਰ ਤੋਂ ਤੁਰਦੇ ਤੇ ਇਹਨਾਂ ਬਖਸ਼ਾਂ ਨੂੰ ਮਾਣਦੇ ਨਹੀਂ ਆ। ਖੈਰ, ਉਸ ਨੂੰ ਸੰਗਤ 2-4 ਦਿਨ ਮਿਲੀ। ਉਸ ਦੇ ਇੱਕਦਮ ਸੀ ਉਹਦਾ ਵਾਹਿਗੁਰੂ ਸ਼ਬਦ ਚੱਲ ਪੈਂਦਾ ਸੀ, ਉਹ ਰੁਕਦਾ ਹੀ ਨਹੀਂ ਸੀ। ਦਿਨੇ ਰਾਤੀ ਨੀਂਦ ਨਹੀਂ ਸੀ ਆਉਂਦੀ। ਹੁਣ ਉਹ ਦੁਨੀਆਦਾਰਾਂ ਲਈ ਪਰਿਵਾਰ ਨੂੰ ਫਿਰ ਫਿਕਰ ਪੈ ਗਿਆ, ਚੋਰੀ ਲੈ ਲੂ ਗਏ, ਕਿਸ ਹਾਲਤ ਵਿੱਚ ਰੱਖਣਗੇ। ਮਹਾਰਾਜ ਬਖਸ਼ੇ, ਪਰ ਇਹ ਬਖਸ਼ਾਂ ਮਿਲਦੀਆਂ ਨਹੀਂ ਸੀ। ਕਈ ਵਾਰ ਬਖਸ਼ਿਸ਼ ਨੂੰ ਬਿਮਾਰੀ, ਤੇ ਇਹ ਵੀ ਚੇਤਾ ਰੱਖਣਾ ਕਈ ਵਾਰ ਅਸੀਂ ਬਿਮਾਰੀਆਂ ਨੂੰ ਰੱਬ ਦੀ ਬਖਸ਼ਿਸ਼ ਸਮਝ ਕੇ ਪਖੰਡ ਚਲਾ ਲੈਂਦੇ ਹਾਂ। ਬਿਮਾਰੀਆਂ ਨੂੰ ਬਖਸ਼ਿਸ਼ ਸਮਝ ਲੈਂਦੇ ਹਾਂ। ਹੁੰਦੀ ਬਿਮਾਰੀ ਹੈ, ਕਹਾਂਗੇ ਜੀ ਮਹਾਰਾਜ ਦੀ ਬਖਸ਼ਿਸ਼ ਹੈ। ਖੈਰ, ਇੱਧਰ ਨਾ ਤੁਰੀਏ। ਗੱਲ ਕਰਦੇ ਸਾਂ ਸਤਿਕਾਰਯੋਗ ਭੂਆ ਹੰਸ ਕੌਰ ਦੀ। ਉਹਨਾਂ ਨੂੰ ਜਦੋਂ ਹੋਇਆ ਤੇ ਉਹ ਕਹਿਣ ਲੱਗੇ ਪਏ ਨੇ ਬਚਣਾ ਨਹੀਂ। ਕਹਿ ਭੈਣ ਕਹਿਣ ਲੱਗੀ ਵੀ ਮਰਨਾ ਤੇ ਮੈਂ ਪੇਕੇ ਘਰ ਮਰਨਾ, ਭਰਾਵਾਂ ਦੇ ਕੋਲ ਜਾ ਕੇ ਮੈਨੂੰ ਪੇਕੇ ਛੱਡ ਦਿਓ। ਉਹ ਕਹਿਣ ਲੋਕੀ ਕੀ ਕਹਿਣਗੇ ਵੀ ਬਿਮਾਰ ਹੋਈ ਤੇ ਰੱਖਿਆ ਨਹੀਂ। ਕਹਿੰਦੇ ਕੁਝ ਨਹੀਂ, ਚਲੀ ਗਈ ਪਰਿਆਰਾਂ। ਉੱਥੇ ਭਤੀਜੇ ਨੇ ਦੱਸਦੇ ਨੇ, ਉਹਨਾਂ ਨੇ ਗੁਰਮੰਤਰ ਦੀ ਕੈਸਟ ਲਾਈ। ਜਦੋਂ ਵਾਹਿਗੁਰੂ ਸ਼ਬਦ ਕੰਨਾਂ 'ਚ ਪਿਆ ਤੇ ਇਹਨਾਂ ਦੇ ਸਿਰ ਤੋਂ ਕੁਝ ਭਾਰ ਲੈ ਗਿਆ। ਬਸ ਆਹੀ ਤੇ ਕਹਾਣੀ ਸੀ। ਵਾਹਿਗੁਰੂ ਸ਼ਬਦ ਦੀ ਪ੍ਰੇਰਨਾ ਹੋਣੀ ਸੀ, ਉਹ ਹੋ ਗਈ। ਕਹਿੰਦੇ ਤੁਸੀਂ ਲਾਇਆ ਕਰੋ, ਉੱਠ ਕੇ ਬਹਿ ਗਏ ਵੀ, ਇਸ਼ਨਾਨ ਵੀ ਕੀਤਾ, ਸਾਰਾ ਕੁਝ ਹੌਲੀ ਹੌਲੀ ਆਰਾਮ ਆਉਣ ਲੱਗ ਪਿਆ। ਫਿਰ ਉਹ ਪ੍ਰੈਸ਼ਰ ਕਾਹਦੇ ਰਹਿਣੇ ਸਨ, ਭਾਰ ਕਾਹਦੇ ਸਨ? ਭਾਰ ਤੇ ਸੀ ਪਿਆਰਿਓ ਖੌਮੇ ਮੋਹ ਭਰਮ ਪੈ ਭਾਰ ਹੁੰਦਾ। ਵਾਹਿਗੁਰੂ ਸ਼ਬਦ ਭਾਰ ਉਤਾਰ ਦਿੰਦਾ। ਸਾਹਿਬ ਕਹਿੰਦੇ ਨਾ ਗੁਰ ਕੈ ਸ਼ਬਦ ਸਲਾਈ ਹੈ। ਭਾਰ ਨਾ ਭਰਮ ਤੇ ਨਾ ਕੋਈ ਭਰਮ ਤੇ ਨਾ ਕੋਈ ਭਾਰ ਰਹਿ ਗਿਆ। ਇਹੋ ਜਿਹਾ ਫਿਰ ਉਸ ਤੋਂ ਬਾਅਦ ਰਸ ਬਣਿਆ। ਬੜੀਆਂ ਕਹਾਣੀਆਂ ਉਹਨਾਂ ਦੀਆਂ
ਪਿਆਰਿਓ ਉਹ ਰਸ ਬਣਿਆ ਹੌਲੀ ਹੌਲੀ ਰਸ ਉਹ ਸਦਾ ਹੀ ਪੀਂਦੇ ਘੁੱਟ ਘੁੱਟ ਕਰਕੇ ਹੁਣ ਤੱਕ ਪੀ ਰਹੇ ਨੇ। ਉਹ ਰਸ ਜਿਵੇਂ ਕੋਈ ਚੀਜ਼ ਪੀਵੀ ਦੀ ਤੇ ਬੈਠੇ ਰਹਿੰਦੇ, ਰਾਤਾਂ ਨੂੰ ਥੋੜ੍ਹਾ ਬਹੁਤਾ ਲਿਟਣਾ ਨਹੀਂ ਤੇ ਬੈਠ ਕੇ ਆਨੰਦ ਮਾਣਦੇ ਨੇ। ਇੱਕ ਵਾਰ ਹੋਏ ਆਪੇ ਸੁਣਨਾ ਬੰਦ ਹੋ ਗਿਆ ਕੰਨਾਂ ਨੂੰ, ਕੋਈ ਦੁਨਿਆਵੀ ਗੱਲ ਨਹੀਂ ਸੁਣਦੀ। ਜੇ ਕੋਈ ਗੁਰਬਾਣੀ ਪੜ੍ਹਦਾ ਤੇ ਉਹ ਸੁਣਦੀ ਹੈ। ਇਹ ਤੇ ਮਹਾਰਾਜ ਦੀ ਕਿਰਪਾ ਹੈ ਨਾ ਭਈ ਇਹ ਕੰਨ ਬਣੇ ਸੁਣਨ ਲਈ ਨੇ। ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ। ਸਰੀਰ ਲੈ ਸੁਣੋ ਸਤ ਬਾਣੀ। ਅਸੀਂ ਕੁਝ ਹੋਰ ਸੁਣਦੇ। ਮਹਾਰਾਜ ਨੇ ਸਹਿਜ ਸੁਭਾਈ ਇਹ ਮਿਹਰਾਂ ਉਹਨਾਂ 'ਤੇ ਕੀਤੀਆਂ ਨੇ, ਉਹ ਬਖਸ਼ਾਂ। ਬਾਅਦ ਵਿੱਚ ਚਲੋ ਉਹ ਵੀ ਸਾਰਾ ਕੁਝ ਠੀਕ ਹੋ ਗਿਆ। ਉਹ ਦੱਸਦੇ ਨੇ ਨਾ, ਕਹਿੰਦੇ ਇਹ ਰਸ ਬਣਿਆ ਰਿਹਾ। ਕਿਆ ਕਰਦੇ ਸਨ? ਰਸ ਤੇ ਬਣਿਆ ਹੀ, ਪਰ ਅਜੇ ਸ਼ਬਦ ਹਿਰਦੇ 'ਚ ਨਹੀਂ ਵਸਿਆ। ਇਹ ਦੇਖੋ ਨਾ, ਜਪਣ ਵਾਲਿਆਂ ਨੂੰ ਪਤਾ ਹੁੰਦਾ ਏ। ਮੇਰੇ ਵਰਗਾ ਤੇ ਗੁੱਸਾ ਕਰ ਲੈ ਵੀ ਮੈਂ ਇੰਨਾ ਪਿਆਰ ਕਰਦਾ ਮਹਾਰਾਜ ਨੂੰ, ਮੇਰੇ ਅੰਦਰ ਨਹੀਂ ਵਸਿਆ। ਤੂੰ ਕੌਣ ਹੁੰਨਾ ਕਹਿਣ? ਨਹੀਂ, ਬਸ ਜਪਣਾ ਹੋਰ ਚੀਜ਼, ਰਸ ਆਉਣਾ ਹੋਰ ਚੀਜ਼, ਸੁਰਤੀ ਦਾ ਉੱਪਰ ਜਾਣਾ ਹੋਰ ਚੀਜ਼, ਦਸਮ ਦੁਆਰ ਵਿੱਚ ਰਹਿਣਾ ਹੋਰ ਚੀਜ਼, ਜੋਤ ਦਾ ਪ੍ਰਗਟ ਹੋਣਾ ਹੋਰ ਚੀਜ਼, ਗੁਰੂ ਕੇ ਪਿਆਰਿਓ ਸਹਿਜ ਧੁਨ ਸੁਣਨੀ ਹੋਰ ਚੀਜ਼। ਇਹ ਸਾਰਾ ਕੁਝ ਫਰਕ ਹੈ। ਸਮਝਣ ਦੀ ਲੋੜ ਨਹੀਂ, ਮਹਾਰਾਜ ਕੋਲੋਂ ਮੰਗਣ ਦੀ ਲੋੜ ਹੈ। ਕਿਉਂਕਿ ਮਨ ਨੂੰ ਗੱਲਾਂ ਸਮਝ ਨਹੀਂ ਆ ਸਕਦੀਆਂ ਤੇ ਅਸੀਂ ਕਿਉਂ ਤੁਰਨੇ ਉਸ ਰਾਹ 'ਤੇ। ਭਾਈ ਵੀਰ ਸਿੰਘ ਲਿਖਦੇ ਨੇ ਨਾ, ਕਿਉਂ ਖੋਇਆ ਤੇ ਕੀ ਕਿਉਂ ਖੋਇਆ, ਖਪ ਖਪ ਮਰੇ ਸਿਆਣੇ, ਉਸੇ ਰਾਹ ਪੈ ਕਿਉਂ ਜਿੰਦੇ, ਜਿਸ ਰਾਹ ਪੂਰ ਲੁਬਾਣੇ। ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਖੋ ਰੰਗ ਮਾਣੀ। ਉਹ ਕਹਿੰਦੇ ਨੇ ਹੋਛਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣੇ। ਕਹਿੰਦੇ ਅੰਦਰ ਖੀਵੇ ਬਣੋ, ਮਾਣੀਏ ਇਹਨਾਂ ਚੀਜ਼ਾਂ ਨੂੰ, ਨਾ ਕਿ ਪੁੱਛਣ ਦੱਸਣ ਤੇ ਰਹਿ ਜਾਈਏ। ਪੁੱਛੀਏ ਕੁਝ ਕਰਨ ਲਈ, ਕਰੀਏ ਕੁਝ ਮਾਨਣ ਲਈ। ਗੁਰੂ ਕੇ ਪਿਆਰਿਓ ਨਹੀਂ ਤੇ ਸਮਾਂ ਬਰਬਾਦ ਹੋਏਗਾ। ਸਤਿਗੁਰੂ ਜੀ ਦੀ ਕਿਰਪਾ ਨਾਲ ਬੀਬੀ ਖੰਸ ਕੌਰ ਨੂੰ ਇਹ ਦਾਤਾਂ ਮਿਲੀਆਂ। ਕਹਿੰਦੇ 25 ਸਾਲ ਲੱਗ ਗਏ ਇਹ ਰਸ ਮਿਲਦਾ ਸੀ, ਪਰ 25 ਸਾਲ ਬਾਅਦ ਅਰਦਾਸ ਕੀਤੀ ਤੇ ਫਿਰ ਅਨਖਦ ਸ਼ਬਦ ਦੀ ਦਾਤ ਮਿਲੀ। ਉਹਨੂੰ ਲੈ ਰਹੇ ਨੇ, ਸੁਣਦੇ ਨੇ, ਆਨੰਦ ਮਾਣਦੇ ਨੇ। ਉਹਨਾਂ ਦੇ ਦਰਸ਼ਨ ਕਰਕੇ ਹੋਰਾਂ ਅਨੇਕਾਂ ਦਾ ਭਲਾ ਹੁੰਦਾ ਏ। ਖੈਰ ਸਾਰੀਆਂ ਨਹੀਂ ਬਾਤਾਂ ਕੇਵਲ ਇਸ਼ਾਰੇ ਮਾਤਰ ਸਮਝਣ ਲਈ। ਇਹੋ ਜਿਹੇ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਜਿਹੜੇ ਕਿ ਜਦੋਂ ਬਿਮਾਰ ਵੀ ਹੋਏ ਤੇ ਅਸੀਂ ਸਮਝਦੇ ਜਗਿਆਸੂ ਜਨ ਬਿਮਾਰ ਨੇ, ਪਰ ਉਹ ਕਿਸੇ ਦੇ ਰੋਗ ਕੱਟਣੇ, ਭਲਾ ਕਰਨ ਲਈ ਸਾਰੇ ਖੇਡਾਂ ਵਰਤਾਉਂਦੇ ਰਹਿੰਦੇ। ਆਖਿਰਕਾਰ ਉਹ ਮਹਾਰਾਜ ਦਾ ਹੁਕਮ ਜਿਹੜਾ ਹਰ ਕਿਸੇ 'ਤੇ ਆਉਂਦਾ ਏ। 2 ਜਨਵਰੀ 1982 ਨੂੰ ਉਹ ਸਮਾਂ ਆ ਹੀ ਗਿਆ। 1 ਜਨਵਰੀ ਨੂੰ ਸਿਣਿਆਂ ਕੱਲਿਆ ਮਹਿਤੇ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ ਉਹਨਾਂ ਨੇ ਭਾਈ ਅਮਰੀਕ ਸਿੰਘ ਜੀ ਨੂੰ ਕਿਹਾ, ਸਿੰਘਾਂ ਨੂੰ ਲੈ ਕੇ ਤੁਸੀਂ ਹੁਣੇ ਚੱਲੋ, ਅਸੀਂ ਬਾਅਦ ਵਿੱਚ ਆਉਂਦੇ ਹਾਂ। ਉਹ ਗਏ। ਭਾਈ ਅਮਰੀਕ ਸਿੰਘ ਜੀ ਨੇ ਜਾ ਕੇ ਜਦੋਂ ਹਾਲ ਪੁੱਛਿਆ, ਛਾਤੀ 'ਤੇ ਹੱਥ ਰੱਖ ਕੇ, ਉਦੋਂ ਹੀ ਸੰਤ ਬਾਬਾ ਕਰਤਾਰ ਸਿੰਘ ਬਰਿਆਰਾਂ ਵਾਲਾ ਨੇ ਆਖਰੀ ਸਵਾਸ ਲਿਆ। ਭਾਈ ਅਮਰੀਕ ਸਿੰਘ ਜੀ ਦੇ ਨੇਤਰਾਂ ਦੇ ਸਾਹਮਣੇ ਉਹਨਾਂ ਸਰੀਰ ਛੱਡਿਆ। ਉਸ ਤੋਂ ਬਾਅਦ ਬਾਕੀ ਸਾਰੀ ਸੇਵਾ ਸੰਭਾਲ ਸੰਸਕਾਰ ਦੀ ਸਰੀਰ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪ ਕੀਤੀ। ਆ ਕੇ ਇਹੋ ਜਿਹੇ ਸਨ ਸਤਿਪੁਰਸ਼, ਇਹੋ ਜਿਹੀਆਂ ਬੇਅੰਤ ਖੇਡਾਂ ਵਰਤੀਆਂ ਮਹਾਰਾਜ ਦੀ ਕਿਰਪਾ ਨਾਲ। 1918 ਤੋਂ 1982 ਤੱਕ ਦਾ ਸਮਾਂ ਮਹਾਰਾਜ ਨੇ ਉਸ ਪਾਵਨ ਪਵਿੱਤਰ ਮਹਾਂਪੁਰਖਾਂ ਨੂੰ ਸਰੀਰ ਕਰਕੇ ਬਖਸ਼ਿਆ ਸੀ। ਵੈਸੇ ਹੀ ਸ਼ਬਦ ਕਰਕੇ ਸਤਿਪੁਰਖ ਹਮੇਸ਼ਾ ਜਗਤ ਵਿੱਚ ਹੋਇਆ ਕਰਦੇ ਨੇ। ਭਾਵਨਾ ਤੇ ਪਿਆਰ ਚਾਹੀਦਾ ਹੈ। ਸਦਾ ਹੀ ਜਗਿਆਸੂਆਂ ਦੀ ਅਗਵਾਈ ਉਹ ਕਰਦੇ ਰਹਿੰਦੇ ਹਨ। ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ ਜੀ, ਸਾਡਾ ਅੰਦਰ ਵੀ ਮਹਾਰਾਜ ਜੀ ਕੋਲੋਂ ਸਦਾ ਮੰਗੇ ਦਾਤਾ, ਸਾਥੋਂ ਨਾਮ ਜਪਾਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਬਖਸ਼ੋ ਤੇ ਬਖਸ਼ਿਆਂ ਦਾ ਮੇਲ ਕਰਾਓ, ਤੇ ਜਿਹੜੇ ਮਿਲੇ ਨੇ ਉਹਨਾਂ ਦੀ ਚਰਨ ਤੋੜ ਸਾਨੂੰ ਬਣਾਓ। ਇੰਨੇ ਬਚਨ ਪ੍ਰਵਾਨ ਕਰਨੇ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖੋਈਆਂ ਹੋਣਗੀਆਂ, ਆਪ ਜੀ ਨੇ ਬਖਸ਼ ਦੇਣਾ। ਕਈ ਵਾਰ ਨਾਂ ਲੈਂਦਿਆਂ ਪਿੰਡਾਂ ਦੇ ਅੱਗੇ ਪਿੱਛੇ ਹੋ ਜਾਂਦੇ ਨੇ। ਇਹਨਾਂ ਚੀਜ਼ਾਂ ਨੂੰ ਨਾ ਬਹੁਤਾ ਧਿਆਨ 'ਚ ਰੱਖਣਾ ਪਿਆਰਿਓ, ਰੱਖਣਾ ਵੀ ਉਹਦੇ 'ਚੋਂ ਸਿਣਿਆਂ ਕਿਹੜਾ ਮਿਲਦਾ ਏ, ਉਹਨੂੰ ਰਲ ਮਿਲ ਕੇ ਮਾਣੀਏ।
ਇਨੀ ਬਚਨ ਪ੍ਰਵਾਨ ਕਰਦੇ ਹੋਏ ਫਤਿਹ ਦੀ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।